ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਜ਼ਰੂਰੀ ਲਾਈਵ ਆ ਜੀ, ਤੇ ਬਹੁਤ ਜਾਣੀ ਕਿ ਮਜਬੂਰ ਹੋਈ ਆ ਬੋਲਣ ਦੀ, ਕਿਉਂਕਿ ਸਾਨੂੰ ਨਹੀਂ ਲੱਗਦਾ ਕੋਈ ਬੋਲੂਗਾ। ਤੇ ਸ਼ੇਅਰ ਕਰ ਦਿਓ, ਪਹਿਲੀ ਦੱਸ ਦਿੰਦੇ ਆ। ਬਹੁਤ ਜ਼ਿਆਦਾ ਜ਼ਰੂਰੀ ਇਹ ਗੱਲ ਕਰਨੀ ਆ। ਸਵਾਲ ਵੀ ਆ, ਜਵਾਬ ਵੀ ਆ, ਨੌਲੇਜ ਵੀ ਆ, ਤੇ ਹੱਥ ਖੜੇ ਹੋ ਗਏ ਜਦੋਂ ਸਾਰੀ ਕੌਮ ਦੇ ਪੰਥ ਦੇ, ਤਾਂ ਕਰਕੇ ਜ਼ਰੂਰੀ ਗੱਲਾਂ ਇਹ ਆ ਵੀ ਜਿਹੜੇ ਹਾਲਾਤ ਚੱਲ ਰਹੇ ਆ ਪੰਜਾਬ ਦੇ, ਅਸੀਂ ਹਮੇਸ਼ਾ ਹੀ ਜਿਹੜੇ ਬੰਦੇ ਨੇ ਲਾਈਵ ਹੋਣਾ ਉਹ ਹਮੇਸ਼ਾ ਆਪਦੇ ਧਰਮ ਦੀ ਗੱਲ ਹੀ ਕਰਦਾ ਹੁੰਦਾ। ਅਸੀਂ ਵੀ ਪੰਥ ਦੀ ਗੱਲ ਹੀ ਕਰਾਂਗੇ ਤੇ ਪੰਜਾਬ ਦੇ ਹਾਲਾਤਾਂ ਦੀ ਗੱਲ ਵੀ ਕਰਾਂਗੇ। ਤੇ ਅਸੀਂ ਕੁਛ ਕੁ ਗੱਲਾਂ ਇਹ ਕਰਨੀਆਂ ਵੀ ਜਿਹੜੇ ਹੁਣ ਹਾਲਾਤ ਚੱਲਦੇ ਆ, ਕੋਈ ਵੀ ਸੇਫ ਨਹੀਂ ਹੈਗਾ। ਕੋਈ ਪਤਾ ਨਹੀਂ, ਕੁੜੀਆਂ ਦਾ ਬਹੁਤ ਜ਼ਿਆਦਾ ਕੋਈ ਪਤਾ ਨਹੀਂ ਨੌਜਵਾਨ ਕਦੋਂ ਚੱਕੇ ਜਾਂਦੇ ਆ, ਇਸ ਗੱਲ ਦਾ ਵੀ ਕੋਈ ਪਤਾ ਨਹੀਂ। ਤੇ ਨਸ਼ਾ ਤਾਂ ਕਿਹਦੀ ਨਾੜ ਵਿੱਚ ਦੀ ਨਹੀਂ ਲੰਘਾ ਨੌਜਵਾਨ ਦੀ। ਜਿਨ੍ਹਾਂ ਦੇ ਘਰੇ ਨਸ਼ਾ ਜਾਂ ਜਿਨ੍ਹਾਂ ਦੇ ਘਰ ਦੇ ਬਾਪੂ ਸ਼ਰਾਬ ਪੀਂਦੇ ਆ ਨਾ, ਬੱਚਿਆਂ ਨੂੰ ਕੁੱਟਦੇ ਆ ਜਾਂ ਮਾਵਾਂ ਭੈਣਾਂ ਨੂੰ ਕੁੱਟਦੇ ਆ, ਤੇ ਉਹਨਾਂ ਨੂੰ ਪੁੱਛੋ ਹਾਲਾਤ ਕੀ ਆ। ਮੈਂ ਜ਼ਿਆਦਾ ਨਹੀਂ ਗੱਲ ਕਰਨੀ, ਥੋੜਾ ਟਾਈਮ ਹੀ ਲਾਈਵ ਹੋਣਾ, 15-20 ਮਿੰਟ। ਤੇ ਮੇਰੇ ਸਵਾਲ ਸਾਰੇ ਜਥੇਬੰਦੀਆਂ ਤੇ ਦਲ ਪੰਥਾਂ ਦੇ ਮੁਖੀਆਂ ਨੂੰ ਆ। ਦੇਖੋ ਜੀ, ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਹਾਂ, ਸਾਰੀਆਂ ਗੱਦੀਆਂ ਦਾ ਸਤਿਕਾਰ ਕਰਦੇ ਹਾਂ, ਚਾਹੇ ਬੁੱਢਾ ਦਲ ਦੀ ਗੱਦੀ ਆ, ਚਾਹੇ ਦੰਦਮੀ ਟਕਸਾਲ ਦੀ ਗੱਦੀ ਆ, ਚਾਹੇ ਤਰਨਾ ਦਲ ਦੀ ਆ, ਚਾਹੇ ਹਰੀਆਂ ਵੇਲਾਂ ਦੀ ਆ, ਤੇ ਚਾਹੇ ਆਹ ਆਪਣੇ ਦੂਜੇ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ, ਸ਼੍ਰੋਮਣੀ ਕਮੇਟੀ ਵੀ ਇੱਕ ਵਿੱਚ ਲਾ ਲਓ, ਕਿਉਂਕਿ ਇਹ ਇੱਕ ਅਹਿਮ ਸੰਸਥਾ ਹੈਗੀ ਆ ਸਿੱਖਾਂ ਦੀ। ਮੇਰੀ ਉਮਰ ਕੁਛ 26-27 ਸਾਲ ਹੈਗੀ ਆ। ਜਿੰਨਾ ਕੁ ਮੈਂ ਆਪਦੇ ਪੜ੍ਹਿਆ ਜਾਂ ਸੁਣਿਆ ਜਾਂ ਵੇਖਿਆ ਸੋਚਿਆ ਓਨਾ ਕੀ ਹੀ ਬੋਲਾਂਗੇ, ਵੱਧ ਘੱਟ ਅਸੀਂ ਕਿਸੇ ਨਾਲ ਕੋਈ ਗੱਲਬਾਤ ਨਹੀਂ ਕਰਨੀ। ਮੈਂ ਪਹਿਲੀ ਬੇਨਤੀ ਕਰਨੀ ਆ, ਸਾਰੀ ਬੇਨਤੀ ਹੋਈ ਆ ਤੇ ਸਵਾਲ ਕਰਾਂਗੇ, ਕਿਉਂਕਿ ਪਹਿਲੋਂ ਐਗਜ਼ਾਮਪਲ ਦੇ ਦਾਂ ਇੱਕ ਵੀ ਜੇ ਅਸੀਂ ਪਰਿਵਾਰ ਦੇ ਵਿੱਚ ਰਹਿ ਰਹੇ ਹਾਂ ਨਾ, ਇਕੱਠਾ ਪਰਿਵਾਰ ਰਹਿ ਰਿਹਾ ਵਾ, 5 ਭਰਾ ਵਾ ਤੇ ਇੱਕ ਪਿਓ ਆ ਸਾਡਾ, ਤੇ ਬਾਹਰੋਂ ਜੇ ਕੋਈ ਰੋੜੇ ਮਾਰਦਾ, ਕੋਈ ਅੱਗ ਲਾ ਸਿੱਟਦਾ, ਕੋਈ ਸਾਨੂੰ ਗਾਲਾਂ ਕੱਢਦਾ, ਸਾਡੀ ਦਸਤਾਰ ਰੋਲਦਾ, ਤੇ ਅਸੀਂ ਆਪਦੇ ਪਿਓ ਨੂੰ ਕਹਿ ਸਕਦੇ ਹਾਂ, ਅਸੀਂ ਆਪਦੇ ਪਿਓ ਨੂੰ ਪੁੱਛ ਸਕਦੇ ਹਾਂ, ਬਾਪੂ ਕੀ ਅਸੀਂ ਜੁੱਤੀਆਂ ਖਾਣ ਹੀ ਆਏ ਆ? ਬਾਪੂ ਕੀ ਅਸੀਂ ਇੱਜ਼ਤ ਲੁਟਾਉਣ ਹੀ ਆਏ ਆ? ਬਾਪੂ ਸਾਡੀ ਬੇਇੱਜ਼ਤੀ ਹੁੰਦੀ ਆ, ਅਸੀਂ ਕੀ ਕਰੀਏ? ਤੇ ਬਾਪੂ ਕਹਵੇ ਅਸੀਂ ਛੱਡ ਕੇ ਸੌਂ ਜਾਓ, ਕੋਈ ਨਾ ਆਪੇ ਮੁੜ ਜਾਣਗੇ। ਇਹ ਅਣਖ ਨਹੀਂ ਹੈਗੀ, ਇਹ ਇੱਕ ਗੁਲਾਮੀ ਦੀ ਨਿਸ਼ਾਨੀ ਆ। ਇਸ ਗੱਲ ਨੂੰ ਤੁਹਾਨੂੰ ਸਭ ਨੂੰ ਜਾਣਨਾ ਪੈਣਾ, ਕਿਉਂਕਿ ਨੌਜਵਾਨ ਪੀੜ੍ਹੀ ਇਹ ਤੋਂ ਬਹੁਤ ਅਸੀਂ ਦੂਰ ਉੱਠ ਗਏ ਹਾਂ। ਸਾਨੂੰ ਪਤਾ ਹੀ ਕੁਛ ਨਹੀਂ ਕਰਨਾ ਕੀ ਆ ਜਾਂ ਕੀ ਨਹੀਂ ਕਰਨਾ। ਅਸੀਂ ਗੱਲ ਕਰਦੇ ਹਾਂ ਬੁੱਢਾ ਦਲ ਦੀ। ਮੈਂ ਬਾਬਾ ਬਲਵੀਰ ਸਿੰਘ ਜੀ ਨੂੰ ਪੁੱਛਣਾ ਚਾਹੁੰਦਾ ਵਾਂ, ਠੀਕ ਆ? ਕੋਲੇ ਤਾਂ ਕੋਈ ਨੇ ਜਾਣ ਨਹੀਂ ਦੇਣਾ, ਕਿਉਂਕਿ Z+ ਸਿਕਿਉਰਟੀਆਂ ਭਾਲਦੇ ਆ, ਡਰ ਜੋ ਹੈਗਾ ਸਿੰਘਾਂ ਦਾ, ਠੀਕ ਆ? ਮੈਂ ਬਾਬਾ ਜੀ ਨੂੰ ਬੇਨਤੀ ਕਰਦਾ, ਬਾਬਾ ਜੀ ਬੁੱਢਾ ਦਲ ਦੀ ਜਿਹੜੀ ਹੋਂਦ ਸੀਗੀ, ਇਹ ਜਦੋਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਸੀਗੇ, ਤੇ ਮਾਤਾ ਜੀ ਨੇ ਬੇਨਤੀ ਕੀਤੀ ਸੀਗੀ ਵੀ ਲਾਲ ਨੂੰ ਲੈ ਕੇ ਆਏ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਾਤਾ ਜੀ ਨੇ, ਤੇ ਬਾਬਾ ਬੁੱਢਾ ਜੀ ਨੇ ਕਿਹਾ ਸੀਗਾ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਲੈ ਕੇ ਆਉਣਾ, ਵੀ ਜਿਹਦੇ ਕੋਲੇ ਕੋਈ ਬੰਦੂਕ ਆ, ਕੋਈ ਕਿਰਪਾਨ ਆ, ਕੋਈ ਨੇਜਾ ਬਰਛਾ, ਕਈ ਕੁਛ ਵੀ ਆ, ਲੈ ਕੇ ਪਹੁੰਚੋ। ਤੇ ਉੱਥੇ ਇੰਨੀ ਫੌਜ ਇਕੱਠੀ ਹੋ ਗਈ ਸੀ, ਇਸ ਕਰਕੇ ਬਾਬਾ ਬੁੱਢਾ ਜੀ ਦੇ ਨਾਂ ਤੇ ਬੁੱਢਾ ਦਲ ਚੱਲਦਾ। ਜਿਹੜੀ ਇਹਨਾਂ ਦੀ ਦੱਸਣ ਦੀ ਗੱਲ ਆ, ਇਹ ਬੁੱਢਾ ਦਲ ਦੇ ਵਿੱਚੋਂ ਹੀ ਗੱਲ ਆਈ ਆ, ਸਾਡੇ ਕੋਲ ਔਨ ਰਿਕਾਰਡ ਹੈਗੀ ਆ, ਠੀਕ ਆ? ਪਹਿਲੋਂ ਅਕਾਲੀ ਫੌਜ ਕਿਹਾ ਜਾਂਦਾ ਸੀ ਇਹਨਾਂ ਨੂੰ, ਬੁੱਢਾ ਦਲ ਦੀ ਫੌਜ ਨੂੰ ਅਕਾਲੀ ਫੌਜ ਕਿਹਾ ਜਾਂਦਾ ਸੀਗਾ। ਤੇ ਕਿੱਥੇ ਗਏ ਉਹ ਸਾਰੇ? ਅਸੀਂ ਪੁੱਛਦੇ ਹਾਂ। ਮੈਂ ਬਾਬਾ ਬਲਵੀਰ ਸਿੰਘ ਜੀ ਨੂੰ ਪੁੱਛਦਾ, ਇੱਕ ਨਿਹੰਗ ਸਿੰਘ ਹੋਣ ਦੇ ਨਾਤੇ ਮੈਂ ਵੀ ਅੰਮ੍ਰਿਤ ਛਕਿਆ। ਇਹ ਤੁਸੀਂ 5 ਦਲਾਂ ਦੇ ਮੁਖੀ, ਦਮਦਮੀ ਟਕਸਾਲ ਦਾ ਮੁਖੀ ਵੀ ਤੁਸੀਂ ਇਹ ਕਹਿ ਸਕਦੇ ਆ ਵੀ ਯਾਰ ਤੂੰ ਤਾਂ ਮਜ਼੍ਹਬੀ ਸਿੱਖ ਆ, ਯਾਰ ਤੂੰ ਤਾਂ ਮੁਸਲਮਾਨ ਆ, ਤੂੰ ਤਾਂ ਯਾਰ ਪੰਡਤਾਂ ਦਾ ਮੁੰਡਾ। ਇਹ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਦੂਰ ਕਰਤੀ ਸੀ ਇਹ ਗੱਲ। ਅਸੀਂ ਅੰਮ੍ਰਿਤਧਾਰੀ ਆ, ਅੰਮ੍ਰਿਤ ਛਕਿਆ, 21 ਸਾਲ ਹੋ ਗਏ ਬਾਣਾ ਪਾਏ ਨੂੰ, 3 ਸਾਲ ਹੋ ਗਏ ਅੰਮ੍ਰਿਤ ਛਕੇ ਨੂੰ। ਪਹਿਲੋਂ ਅਸੀਂ ਰਹਿਤ ਮਰਿਆਦਾ ਸਿੱਖਣੀ ਸ਼ੁਰੂ ਕੀਤੀ ਆ, ਫਿਰ ਮੈਂ ਅੰਮ੍ਰਿਤ ਛਕਿਆ। ਤੁਸੀਂ ਮੈਨੂੰ ਹੀ ਕਹਿ ਦਿੰਦੇ ਕਿਤੇ ਕਿਤੇ ਯਾਰ ਤੂੰ ਤਾਂ ਮੁਸਲਮਾਨਾਂ ਦਾ ਮੁੰਡਾ। ਹਾਂ ਹੈਗੇ ਆ ਅਸੀਂ, ਕੋਈ ਗੁਨਾਹ ਹੋ ਗਿਆ ਅਸੀਂ ਘਰੇ ਜੰਮ ਪਏ, ਠੀਕ ਆ? ਇਹ ਗੱਲਾਂ ਨਹੀਂ ਹੁੰਦੀਆਂ। ਜੇ ਗੱਲਾਂ ਦੇ ਸਵਾਲਾਂ ਦੇ ਜਵਾਬ ਦੇਣੇ ਜ਼ਰੂਰੀ ਹੁੰਦੇ ਆ, ਢੰਗ ਤਰੀਕਾ ਹੁੰਦਾ ਵਾ।
ਅਸੀਂ ਬਾਬਾ ਬਲਵੀਰ ਸਿੰਘ ਜੀ ਨੂੰ ਪੁੱਛਦੇ ਹਾਂ, ਬੁੱਢਾ ਦਲ ਦੇ ਵਿੱਚ ਮਾਸਟਰ ਮਾਈਂਡ ਸੰਘਰਸ਼ੀਲ ਸਿੰਘਾਂ ਨੂੰ ਤੇ ਉਹਨਾਂ ਦੇ ਪਰਿਵਾਰਾਂ ਨੂੰ ਸਾਂਭਣ ਲਈ, ਉਹਨਾਂ ਦੀ ਸੇਵਾ ਕਰਨ ਲਈ, ਉਹਨਾਂ ਦੀ ਮਦਦ ਕਰਨ ਲਈ ਸਿੰਘ ਰਹਿੰਦੇ ਸੀਗੇ ਬੁੱਢਾ ਦਲ ਦੇ ਵਿੱਚ। ਕਿੱਧਰ ਗਏ ਉਹ? ਸਾਡੇ ਬੰਦੀ ਸਿੰਘ ਕਿੰਨੇ ਨੇ ਜੇਲ੍ਹਾਂ ਦੇ ਵਿੱਚ, ਜਿਨ੍ਹਾਂ ਦੀ ਉਮਰਾਂ ਹੀ ਲੰਘ ਗਈਆਂ ਜੇਲ੍ਹਾਂ ਦੇ ਵਿੱਚ ਬੈਠਾਂ ਦੀਆਂ, ਉਹਨਾਂ ਦੇ ਪਰਿਵਾਰਾਂ ਦੀ ਸਾਰ ਕਿਉਂ ਨਹੀਂ ਲਈਗੀ? ਤੁਸੀਂ Z+ ਸਿਕਿਉਰਿਟੀ ਭਾਲਦੇ ਆ। ਮੈਂ ਬਾਬਾ ਬਲਵੀਰ ਸਿੰਘ ਜੀ ਨੂੰ ਇੱਕ ਅਹਿਮ ਬਹੁਤ ਵੱਡਾ ਸਵਾਲ ਕਰਨਾ ਚਾਹੁੰਦਾ ਵਾਂ। ਬਾਬਾ ਬਲਵੀਰ ਸਿੰਘ ਜੀ, ਤੁਸੀਂ ਬੁੱਢਾ ਦਲ ਦੇ ਮੁਖੀ ਆ, ਅਸੀਂ ਤਾਂ ਬਾਬਾ ਜੋਗਿੰਦਰ ਸਿੰਘ ਜੀ ਨੂੰ ਮੰਨਦੇ ਆ, ਕਾਗਜ਼ਾਂ ਤੇ ਗੌਰਮੈਂਟ ਅਨੁਸਾਰ ਬਾਬਾ ਬਲਵੀਰ ਸਿੰਘ ਜੀ ਆ। ਅਸੀਂ ਤੁਹਾਨੂੰ ਸਵਾਲ ਕਰਦੇ ਆ, ਗੁਰੂ ਨਾਨਕ ਪਾਤਸ਼ਾਹ ਤੋਂ ਸਾਡਾ ਪੰਥ ਚੱਲਿਆ। ਗੁਰੂ ਨਾਨਕ ਪਾਤਸ਼ਾਹ ਸਿੱਖਾਂ ਦੇ ਗੁਰੂ ਸੀ ਪਹਿਲੇ, ਉਦੋਂ ਬਾਬਰ ਬਾਦਸ਼ਾਹ ਸੀ। ਗੁਰੂ ਨਾਨਕ ਪਾਤਸ਼ਾਹ ਨੇ ਬਾਬਰ ਬਾਦਸ਼ਾਹ ਤੋਂ ਸਿਕਿਉਰਿਟੀ ਨਹੀਂ ਲਈ ਸੀਗੀ। ਗੁਰੂ ਨਾਨਕ ਪਾਤਸ਼ਾਹ ਨੂੰ ਬਾਬਰ ਬਾਦਸ਼ਾਹ ਦਾ ਡਰ ਨਹੀਂ ਸੀਗਾ। ਗੁਰੂ ਨਾਨਕ ਪਾਤਸ਼ਾਹ ਨੇ ਬਾਬਰ ਨੂੰ ਜਾਬਰ ਕਿਹਾ ਸੀ। ਅਸੀਂ ਦੂਜੀ ਵਾਰ 6ਵੇਂ ਪਾਤਸ਼ਾਹ ਜੀ ਤੇ ਆਉਂਦੇ ਆ। ਜਹਾਂਗੀਰ ਆ ਉਧਰ ਦੇਸ਼ ਦਾ ਰਾਜਾ, ਤੇ ਸਾਡੇ ਇੱਧਰ ਸਿੱਖਾਂ ਦੇ ਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ। ਜਹਾਂਗੀਰ ਤੋਂ ਸਿਕਿਉਰਿਟੀ ਨਹੀਂ ਮੰਗੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ। ਬਾਬਾ ਜੀ ਜਹਾਂਗੀਰ ਨੂੰ ਉਹਦੇ ਬਰੋਬਰ ਜਾ ਕੇ ਤਖਤ ਡਾਲਿਆ ਸੀਗਾ। ਜਹਾਂਗੀਰ ਨੂੰ ਥੱਲੇ ਸੱਟ ਲਿਆ ਸੀ। ਜੁਰਮ ਦੀ ਖਾਤਰ ਲੜੇ ਸੀਗੇ ਸਾਡੇ ਗੁਰੂ, ਸਾਡੇ ਵੱਡੇ ਵਡੇਰੇ। ਬਾਬਾ ਜੀ 10ਵੇਂ ਪਾਤਸ਼ਾਹ ਜੀ ਤੇ ਆਉਂਦੇ ਆ, ਗੁਰੂ ਗੋਬਿੰਦ ਸਿੰਘ ਜੀ ਤੇ ਉਧਰ ਔਰੰਗਜ਼ੇਬ ਆ। ਠੀਕ ਆ, ਔਰੰਗਜ਼ੇਬ ਦਾ ਉਧਰ ਜਫਰਨਾਮਾ ਭੇਜਿਆ ਤੇ ਉਹਦੀ ਮੌਤ ਹੋਈ ਆ। ਗੁਰੂ ਗੋਬਿੰਦ ਸਿੰਘ ਜੀ ਨੇ ਹਾਂ, ਜਦੋਂ ਜੰਗ ਲੜਦੇ ਸੀਗੇ ਇਹਨਾਂ ਦੇ ਹੀ ਰਾਜੇ ਨੇ ਆਖਿਆ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ, ਤੁਹਾਨੂੰ ਫੌਜ ਚਾਹੀਦੀ ਹੈ ਤਾਂ ਦੱਸੋ, ਜੇ ਕਿਤੇ ਤੁਸੀਂ ਜੰਗ ਕਰਨ ਚੱਲੇ ਆ ਕਿਤੇ ਮੁਗਲਾਂ ਦੇ ਨਾਲ ਜਾਂ ਕਿਤੇ ਵੀ। ਉਹ ਕਹਿੰਦੇ ਵੀ ਸਿੱਖ ਕੌਮ ਦੇ ਕੋਲੇ, ਸਿੱਖ ਪੰਥ ਦੇ ਕੋਲੇ ਆਪਦੀ ਫੌਜ ਬਹੁਤ ਆ, ਸੂਰਬੀਰਾਂ ਦਾ ਪੰਥ ਆ ਇਹ, ਅਸੀਂ ਨਹੀਂ, ਸਾਨੂੰ ਸਿਕਿਉਰਿਟੀ ਚਾਹੀਦੀ। ਬਾਬਾ ਜੀ ਤੁਸੀਂ ਕਿਹੜੇ ਮਸਲੇ 'ਚ ਵੜ ਗਏ ਆ? ਬਾਬਾ ਬਲਵੀਰ ਸਿੰਘ ਜੀ, ਤੁਸੀਂ Z+ ਸਿਕਿਉਰਿਟੀਆਂ ਭਰਨ ਲਈ ਮਿਲਤਾ ਕਰੀ ਜਾਂਦੇ ਆ ਗੌਰਮੈਂਟ ਦੀਆਂ। ਤੁਸੀਂ ਸਾਡੇ ਲਈ, ਸਿੱਖਾਂ ਲਈ ਹੋਲਾ ਮਹੱਲਾ ਇੱਕ ਬਹੁਤ ਵੱਡਾ ਸਾਡਾ ਮਹੱਲਾ ਹੁੰਦਾ, ਕੌਮ ਦਾ ਤਿਉਹਾਰ ਹੁੰਦਾ ਵਾ ਅਨੰਦਪੁਰ ਸਾਹਿਬ। ਬਾਬਾ ਜੀ ਤੁਸੀਂ 5 ਨਿਸ਼ਾਨ ਸਾਹਿਬ ਜਾਂਦੇ ਆ, ਤੁਹਾਡੇ ਮੂਹਰੇ ਨਗਾਰੇ ਜਾਂਦੇ ਆ, ਨਿਸ਼ਾਨ ਜਾਂਦੇ ਆ, ਤੁਸੀਂ ਉਹ ਬੀੜੀਆਂ ਪੀਣੇ ਆ। CRP ਵਾਲਿਆਂ ਨੂੰ ਤੁਸੀਂ ਬੂਟ ਪਾਏ ਆ ਉਹਨਾਂ ਦੇ, ਤੇ ਤੁਸੀਂ ਮੂਹਰੇ ਲਾਇਆ ਵਿਆ ਅਸਲਾ ਫੜਾ ਕੇ। ਕੀ ਅਸੀਂ ਜੇ ਪੁਰਾਣੇ ਮਹੱਲਿਆਂ ਦੀ ਗੱਲ ਕਰੀਏ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਕੀ ਮਹੱਲੇ ਨਹੀਂ ਹੋਏ? ਕੀ ਉਦੋਂ ਦੂਜੀ ਗੌਰਮੈਂਟ ਦੇ ਬੰਦੇ ਨਾਲ ਚੱਲਦੇ ਹੁੰਦੇ ਸੀ? ਬੂਟ ਤੁਸੀਂ ਬਾਬਾ ਜੀ, ਤੁਸੀਂ ਗੱਡੀ 'ਚ ਉਤਰ ਕੇ ਤਖ਼ਤ ਸਾਹਿਬ ਨਹੀਂ ਮੱਥਾ ਟੇਕ ਕੇ ਆਉਂਦੇਗੇ? ਕੀ ਭੀੜ ਆ? ਕੀ ਤੁਰਿਆ ਨਹੀਂ ਜਾਂਦਾ? ਕੀ ਸਰੀਰ ਤੁਹਾਡੇ ਤੋਂ ਘੋੜੇ ਤੇ ਨਹੀਂ ਚੜ੍ਹਿਆ ਜਾਂਦਾ? ਬਾਬਾ ਜੀ ਤੁਸੀਂ ਬੁੱਢਾ ਦਲ ਦੇ ਮੁਖੀ ਆ। ਅਸੀਂ ਕਿਹਨੂੰ ਆਖੀਏ ਵੀ ਸਾਡੇ ਮੁਖੀ ਸਾਹਿਬਾਨ ਘੋੜੇ ਤੇ ਨਹੀਂ ਚੜ੍ਹ ਸਕਦੇ? ਮੈਨੂੰ ਪਤਾ ਮੇਰੀਆਂ ਗੱਲਾਂ ਕਰਕੇ ਹੁਣ ਕਈ ਥਾਈਂ ਅੱਗ ਲੱਗਣੀ, ਕਈ ਬੋਲਣਗੇ, ਤੇ ਕੋਈ ਚੱਕਰ ਨਹੀਂ, ਕੁਛ ਨਹੀਂ ਹੁੰਦਾ। ਇੱਥੇ ਇੱਕ ਗੱਲ ਯਾਦ ਰੱਖਿਓ, ਉਹਨਾਂ ਪਿੱਛੇ ਆਉਣ ਵਾਲੇ ਵੀ ਜਿਹੜੀਆਂ ਗੱਲਾਂ ਕਹੂੰਗਾ 20 ਵਾਰੀ ਸੋਚੋ। ਬਾਬਾ ਜੀ ਸਿੱਖ ਪਰਿਵਾਰ ਸਾਰਿਆਂ ਨੂੰ ਸਵਾਲ ਕਰੂੰਗਾ ਵਾਰੀ ਵਾਰੀ। ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ ਜੀ, ਬਾਹਲੀ ਦੂਰ ਨਹੀਂ ਜਾਣਾ, 10 ਦਿਨਾਂ ਦੀ ਗੱਲ ਕਰਦੇ ਆ। ਤੁਸੀਂ ਪੰਥ ਦੇ ਮੁਖੀ ਆ। ਗੁਰਦੁਆਰਾ ਸਾਹਿਬ ਨੂੰ ਅੱਗ ਲਾਤੀ ਆ, ਗੁਰਦੁਆਰਾ ਸਾਹਿਬ ਨੂੰ ਤੇਲ ਪਾ ਕੇ ਦਰਬਾਰ ਸਾਹਿਬ ਨੂੰ ਅੱਗ ਲਾਤੀ ਆ। ਮਾੜਾ ਮੋਟਾ ਸੋਚੋ ਇਸ ਬਾਰੇ। ਗੁਰੂ ਗ੍ਰੰਥ ਸਾਹਿਬ ਜੀ ਨੂੰ ਤੁਸੀਂ ਕਹਿੰਦੇ ਆ, ਅਸੀਂ ਸਭ ਮੰਨਦੇ ਆ, ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਆ। ਬਾਬਾ ਜੀ ਅਗਨ ਭੇਟ ਹੋ ਗਏ। ਉਹ ਕੀ ਕਰਗੇ ਬਾਬਾ ਜੀ? ਉਹਨਾਂ ਨੇ ਤੇਲ ਪਾ ਕੇ ਦੂਜਿਆਂ ਨੇ ਅੱਗ ਲਾਤੀ ਆ ਗੁਰਦੁਆਰਾ ਸਾਹਿਬ ਨੂੰ। ਪਹੁੰਚੀ ਤੁਹਾਡੇ ਕੋਲ ਇਹ ਗੱਲ? ਪਹੁੰਚ ਤਾਂ ਗਈ ਹੋਣੀ ਆ ਨਾ। ਤੁਸੀਂ ਮਾੜਾ ਮੋਟਾ ਜੇ ਨਿਕਲੋ ਬਾਹਰ ਤੇ ਤੁਹਾਨੂੰ ਇਸ ਗੱਲ ਦਾ ਪਤਾ ਲੱਗੇ, ਅਹਿਸਾਸ ਹੋਵੇ। ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਆ, ਕੀ ਉਹਨਾਂ ਨੂੰ ਅੱਗ ਲੱਗੀ ਜਰ ਸਕਦੇ ਆ ਅਸੀਂ? ਉਹ ਤੇਲ ਪਾ ਕੇ ਅੱਗ ਲਾਈ ਉਹਨਾਂ ਨੇ, ਦੁਪਹਿਰੇ ਅੱਗ ਲਾਈ 1-1:30 ਵਜੇ। ਵੀਡੀਓ ਵੇਖੋ ਤੁਸੀਂ। ਬਾਬਾ ਜੀ ਤਫਤੀਸ਼ ਕਰਦੇ ਆ ਅਸੀਂ ਗੰਗਾ ਨਗਰ ਵਾਲੇ ਕੇਸਾਂ ਦੀ। ਕਹਿੰਦੇ ਆ ਵੀ 2 ਸਿੱਖ ਬੀਬੀਆਂ ਨੂੰ ਕਿਡਨੈਪ ਕਰਕੇ ਤੇ ਨਿਕਾਹ ਪੜ੍ਹਾ ਦਿੱਤੇ ਗਏ ਆ। ਸਿਆਸਤ ਹੋ ਸਕਦੀ ਆ ਦਿੱਲੀ ਵਾਲੇ ਮਸਲੇ ਨੂੰ ਖਤਮ ਕਰਨ ਵਾਸਤੇ ਮੋਰਚੇ ਨੂੰ। ਪਰ ਬਾਬਾ ਜੀ ਮੈਂ ਤੁਹਾਨੂੰ ਪੁੱਛਦਾ, ਸਾਰਿਆਂ ਨੂੰ ਹੀ ਪੁੱਛਦਾ, ਜਿਹੜੇ ਸਵਾਲ ਹੈਗੇ ਆ ਉਹ ਬੁੱਢਾ ਦਲ ਨੂੰ, ਤਰਨਾ ਦਲ, ਹਰੀਆਂ ਬੇਲਾ, ਦੰਦਮੀ ਟਕਸਾਲ ਨੂੰ, ਸਾਰਿਆਂ ਨੂੰ ਹੈਗੇ ਆ। ਬਾਬਾ ਜੀ ਉਹ ਜਿਹੜੀਆਂ ਬੱਚੀਆਂ ਵਾ ਕਿਡਨੈਪ ਹੋਈਆਂ ਸਿੱਖ ਪਰਿਵਾਰਾਂ ਦੀਆਂ, ਤੇ ਉਹਨਾਂ ਨੂੰ ਨਿਕਾਹ ਪੜ੍ਹਾ ਦਿੱਤੇ ਗਏ ਆ, ਕੋਈ ਬਿਆਨ, ਕੋਈ ਐਕਸ਼ਨ,
ਕੁਛ ਕਹਿ ਸਕਦੇ ਅਸੀਂ ਉਹਨਾਂ ਬਾਰੇ ਜਾਂ ਹੋਈ ਜਾਣਗੇ। ਬਾਬਾ ਜੀ ਸਾਡਾ ਉਹ ਕੀ ਈਸਟ ਵੀ ਗਿਆ, ਸਾਡਾ ਗੁਰੂ ਗ੍ਰੰਥ ਸਾਹਿਬ ਗਏ, ਅੱਗ ਲਾਤੀ ਉਹਨਾਂ ਨੇ ਤੇਲ ਪਾ ਕੇ, ਤੇ ਗੁਰਦੁਆਰਾ ਸਾਹਿਬ ਆ ਸਾਡੇ ਰਹਿਣ ਲਈ ਸਥਾਨ ਨੇ, ਉਹ ਅੱਗ ਲਾ ਕੇ ਸਾੜ ਦਿੱਤੇ ਗਏ ਆ। ਹੁਣ ਦੀ ਗੱਲ ਆ, ਸਾਡੀਆਂ ਬੀਬੀਆਂ ਜਿਹੜੀਆਂ ਬੱਚੀਆਂ ਕਿਡਨੈਪ ਹੋ ਗਈਆਂ, ਹੋਰ ਧਰਮ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ। ਬਾਬਾ ਜੀ ਤੁਹਾਨੂੰ ਇੱਕ ਗੱਲ ਹੋਰ ਦੱਸਦੇ ਆ, ਕੋਈ ਨਾ ਸਿੱਖ ਪਰਿਵਾਰ ਦੇ ਵਿੱਚ ਪਿਓ ਪੁੱਤਰ ਕੋਈ ਦੁਕਾਨ ਕਰਦੇ ਆ, ਉੱਥੇ ਕੋਈ ਰਾਤ ਨੂੰ ਸੌਦਾ ਲੈਣ ਆਇਆ, ਉਹਨਾਂ ਨੇ ਨਹੀਂ ਦਿੱਤਾ, ਵੀਡੀਓ ਚੱਲ ਰਹੀ ਆ ਵਿੱਚ ਕਿਤੇ, ਤੇ ਉਹਨਾਂ ਨੇ ਕੀ ਕੀਤਾ, ਦੂਜੇ ਬੰਦਿਆਂ ਨੇ, ਉਹ ਖਣੀ ਹਿੰਦੂ ਸੀ ਮੁਸਲਮਾਨ ਸੀ, ਆਪਾਂ ਨੂੰ ਇਸ ਗੱਲ ਦਾ ਨਹੀਂ ਪਤਾ, ਉਹਨਾਂ ਨੇ ਉਹਨਾਂ ਦੇ ਕੇਸ ਦਾੜੀ ਕੱਟਤੇ। ਬਾਬਾ ਜੀ ਧਰਮ ਵੀ ਗਿਆ, ਅਸਥਾਨ ਵੀ ਅੱਗ ਲਾ ਕੇ ਫੂਕਤੇ। ਬਾਬਾ ਜੀ ਬੀਬੀਆਂ ਨੂੰ ਕਿਡਨੈਪ ਕਰ ਦਿੱਤਾ ਗਿਆ, ਸਿੱਖਾਂ ਦੀਆਂ ਨੂੰ। ਬਾਬਾ ਜੀ ਸਾਡੇ ਸਿੱਖਾਂ ਦੇ ਕੇਸ ਕੱਟੀ ਜਾਂਦੇ ਆ। ਮਾੜਾ ਮੋਟਾ ਕੁਸਕੋਗੇ, ਉੱਠੋਗੇ, ਦਾਲਾ ਪੰਥ ਤੇ ਟਕਸਾਲ ਵਾਲੇ ਮਾੜਾ ਮੋਟਾ ਉੱਠਣਗੇ। ਬਾਬਾ ਹਰਨਾਮ ਸਿੰਘ ਜੀ ਦਮਦਮੀ ਟਕਸਾਲ ਦੇ ਮੁਖੀ ਆ। ਬਾਬਾ ਜੀ ਤੁਹਾਡੇ ਸਿਰ ਪੱਗ ਆ, ਤੁਹਾਡੇ ਸਿਰ ਤੇ ਬਾਬਾ ਦੀਪ ਸਿੰਘ ਤੇ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡ ਵਾਲਿਆਂ ਦੀ ਮਹਿਸੂਸ ਹੁੰਦੀ ਆ ਵੀ ਉਹ ਪੱਗ ਹੈਗੀ ਆ। ਅਸੀਂ ਮੰਨ ਲਗੇ ਵੀ ਉਹੀ ਪੱਗ ਆ, ਕੋਈ ਵੀ ਸਟੇਟਮੈਂਟ ਨਹੀਂ, ਕੋਈ ਵੀ ਐਕਸ਼ਨ ਨਹੀਂ ਹੈਗਾ, ਮਾੜਾ ਮੋਟਾ ਹੀ ਕੁਸਕ ਭੋਜੀ ਵੀ ਅਸੀਂ ਕੀ ਕਰੀਏ, ਕਿੱਧਰ ਨੂੰ ਜਾਈਏ। ਸਿੱਖਾਂ ਦੇ ਹਾਲਾਤ ਬਹੁਤ ਮਾੜੇ ਆ, ਘਰ ਖਰਾਬ ਹੋਈ ਜਾਂਦੇ ਆ, ਸਿੱਖਾਂ ਸਿਰ ਕਰਜ਼ੇ ਬਹੁਤ ਚੜੇ ਪਏ ਆ। ਪੰਜਾਂ ਮੁਖੀਆਂ ਨੂੰ ਮੈਂ ਕਹਿਣਾ, ਬਾਬਾ ਜੀ ਕੋਈ ਮਾੜਾ ਮੋਟਾ ਸਾਨੂੰ ਘਰ ਦਿਖਾ ਦਿਓ, ਕਿਸੇ ਸਿੰਘ ਦਾ ਘਰ ਬਣਾ ਕੇ ਦਿੱਤਾ ਹੋਵੇ। ਪੰਜਾਂ ਮੁਖੀਆਂ ਨੂੰ ਮੈਂ ਕਹਿਣਾ, ਦਮਦਮੀ ਟਕਸਾਲ ਬੁੱਢਾ ਦਲ ਤਰਨਾਦਾਰ ਹਰੀਆਂ ਬਿੱਲਾਂ ਵਾਲਿਆਂ ਨੂੰ, ਸ਼੍ਰੋਮਣੀ ਕਮੇਟੀ, ਬਾਬਾ ਜੀ ਮਾੜਾ ਮੋਟਾ ਕੋਈ ਬੱਚਾ ਦਿਖਾ ਦਿਓ ਜਿਹੜਾ ਪੜ੍ਹਾ ਲਿਆ ਹੋਵੇ। ਬਾਬਾ ਜੀ ਕੋਈ ਸਿੱਖ ਹੋਵੇ ਜਿਨ੍ਹਾਂ ਦਾ ਤੁਸੀਂ ਇਲਾਜ ਕਰਾਤਾ ਹੋਵੇ। ਬਾਬਾ ਜੀ ਕਿਸੇ ਧਰਮ ਦੀ ਬੀਬੀ, ਬਾਬਾ ਬੰਦਾ ਸਿੰਘ ਬਹਾਦਰ, ਹਰੀ ਸਿੰਘ ਨਲੂ ਵਰਗਿਆਂ ਨੇ ਤਾਂ ਜਾਂ ਕਹਿ ਦਈਏ ਸਾਡੇ ਜੱਸਾ ਸਿੰਘ ਆਲੂ ਵਾਲੀਏ ਕਿੱਡੇ ਕਿੱਡੇ ਯੋਧੇ ਹੋਇਆ। ਇਹਨਾਂ ਨੇ ਤਾਂ ਕਾਬਲ ਕੰਧਾਰ ਤੋਂ ਲੈ ਕੇ ਹੁਣ ਤੱਕ ਕਿੱਥੋਂ ਤੱਕ ਬੀਬੀਆਂ ਛਡਵਾਈਆਂ ਵਾ, ਤੇ ਸਾਡੀਆਂ ਬੀਬੀਆਂ ਬਾਬਾ ਜੀ ਘਰਾਂ ਚੋਂ ਚੱਕ ਕੇ ਲੈ ਜਾਂਦੇ ਆ। ਕੀ ਕਰੀਏ ਅਸੀਂ ਐਕਸ਼ਨ ਲੈ ਸਕਦੇ ਆ, ਸਾਡੇ ਕੋਲੇ ਪਹੁੰਚ ਬਹੁਤ ਆ, ਸਾਡੇ ਕੋਲੇ ਸਾਰਾ ਕੁਛ ਆ, ਸਾਡੇ 'ਚ ਜਾਨ ਆ। ਅਸੀਂ 24 ਘੰਟਿਆਂ ਦੇ ਵਿੱਚ ਇੰਡੀਆ ਨੂੰ ਹਿਲਾ ਕੇ ਰੱਖ ਦਿਆਂਗੇ। ਪਰ ਬਾਬਾ ਜੀ ਤੁਸੀਂ ਮਾੜਾ ਮੋਟਾ ਹਿੱਲੋਗੇ, ਪਾਸਾ ਪੂਸਾ ਲਵੋਗੇ, ਜਾਂ ਉੱਥੇ ਤਖਤਾਂ ਤੇ ਹੀ ਬੈਠਾ ਰਹਿਣਾ। ਮੈਂ ਇੱਕ ਗੱਲ ਹੋਰ ਕਹਿਣਾ, ਬਹੁਤ ਇਹ ਵੀ ਅਹਿਮ ਸਵਾਲ ਵੀ ਆ, ਗੱਲ ਵੀ ਆ, ਮੀਡੀਆ ਤੱਕ ਪਹੁੰਚਣੀ ਆ ਲਾਈਵ। ਬਾਬਾ ਬਲਵੀਰ ਸਿੰਘ ਜੀ, ਬਾਬਾ ਹਰਨਾਮ ਸਿੰਘ ਜੀ, ਬਾਬਾ ਅਵਤਾਰ ਸਿੰਘ ਜੀ ਵਿਧੀ ਚੰਦ ਦਲ ਦੇ ਮੁਖੀ, ਬਾਬਾ ਗੱਜਣ ਸਿੰਘ ਜੀ, ਤੇ ਹਰੀਆਂ ਬੇਲਾ ਦੇ ਮੁਖੀ ਬਾਬਾ ਨਿਹਾਲ ਸਿੰਘ ਜੀ। ਬਾਬਾ ਜੀ ਜਦੋਂ ਪਟਨਾ ਸਾਹਿਬ ਪ੍ਰੋਗਰਾਮ ਸਮਾਗਮ ਹੁੰਦਾ, ਉਹ ਸਾਡੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਸਥਾਨ ਆ, ਉਹਨਾਂ ਦਾ ਉੱਥੇ ਜਨਮ ਹੋਇਆ, ਤੁਸੀਂ ਸਾਰੇ ਜਾਣਦੇ ਆ, ਹਰ ਸਾਲ ਉੱਥੇ ਸਮਾਗਮ ਹੁੰਦਾ। ਤੇ ਬਾਬਾ ਜੀ ਉੱਥੇ ਉਹ ਪਿਛਲੇ ਮਹੀਨੇ ਉਸ ਅਸਥਾਨ ਨੂੰ, ਬਾਲ ਲੀਲਾ ਗੁਰਦੁਆਰਾ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਆ ਵੀ ਜੇ ਤੁਸੀਂ 50 ਕਰੋੜ ਰੁਪਈਆ ਨਹੀਂ ਦਓਗੇ ਤੇ ਅਸੀਂ ਬਾਲ ਲੀਲਾ ਗੁਰਦੁਆਰਾ ਸਾਹਿਬ ਨੂੰ, ਤਖਤ ਸਾਹਿਬ ਨੂੰ ਬੰਬ ਨਾਲ ਉਡਾ ਦਿਆਂਗੇ। ਸਵਾਲ ਇਹ ਨਹੀਂ ਬਣਦਾ ਵੀ ਬੰਬ ਨਾਲ ਉਡਾਇਆ ਜਾਂ ਨਹੀਂ ਉਡਾਇਆ, ਸਵਾਲ ਇਹ ਨਹੀਂ ਬਣਦਾ ਵੀ ਸ਼ਰਾਰਤ ਆ ਜਾਂ ਅਸਲੀਅਤ ਆ। ਸਵਾਲ ਇਹ ਬਣਦਾ ਬਾਬਾ ਜੀ, ਜਦੋਂ ਤਾਂ ਉੱਥੇ ਸਮਾਗਮ ਹੋਣੇ ਆ, ਸੰਗਤ ਆਉਣੀ ਆ, ਤੇ ਤੁਸੀਂ ਜਾਣਾ ਜਹਾਜ਼ ਤੇ ਜਦੋਂ ਉਸੇ ਸਥਾਨ ਨੂੰ ਬੰਬ ਨਾਲ ਉਡਾਉਣ ਦੀ ਗੱਲ ਕੀਤੀ ਗਈ ਆ ਨਾ ਉੱਥੋਂ ਦੇ ਕਿਸੇ ਬੰਦੇ ਵੱਲੋਂ, ਤੇ ਤੁਹਾਡੇ ਵਿੱਚੋਂ ਇੱਕ ਵੀ ਬੰਦਾ ਨਹੀਂ ਹਜੇ ਤੱਕ ਕੁਸਕਿਆ। ਕਿਹਦੇ ਪੈਰੀ ਹੱਥ ਲਾਈਏ, ਕਿਹਨੂੰ ਸੰਤ ਮੰਨੀਏ, ਕਿਹਨੂੰ ਗੁਰੂ ਪੀਰ ਮੰਨੀਏ। ਬਾਬਾ ਜੀ ਸੰਤ ਗੁਰੂ ਮਹਾਂਪੁਰਸ਼ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਦੂਰ ਹੁੰਦੇ ਆ। ਬਾਬਾ ਜੀ ਕਿਹੜਾ ਮੁਖੀ ਆ ਜਿਹਦਾ ਅਸਥਾਨਾਂ ਦੇ ਕੇਸ ਨਹੀਂ ਚੱਲਦੇਗੇ? ਤੁਸੀਂ ਲੜੀ ਜਾਂਦੇ ਆ, ਆਹ ਜ਼ਮੀਨ ਮੇਰੀ ਆ, ਆਹ ਸਥਾਨ ਮੇਰਾ, ਆਹ ਗੋਲਕ ਤੇਰਾ। ਬਾਬਾ ਜੀ ਕਿੱਧਰ ਨੂੰ ਜਾਈ ਜਾਂਦੇ ਤੁਸੀਂ? ਮਾੜਾ ਮੋਟਾ ਵੇਖ ਲਓ ਨਾ, ਜਾਂ ਤਾਂ ਹੱਥ ਖੜੇ ਕਰਕੇ ਕਹਿ ਦੋ ਵੀ ਅਸੀਂ ਕੁਛ ਨਹੀਂ ਕਰਨਾ, ਤੇ ਫਿਰ ਨੌਜਵਾਨ ਸੋਚਣ, ਉਹ ਤੁਹਾਡੇ ਪੈਰਾਂ 'ਚ ਆ ਕੇ ਨਾ ਡਿੱਗਣ। ਮੇਰੀ ਨੌਜਵਾਨਾਂ ਨੂੰ ਬੇਨਤੀ ਆ, ਮੈਂ ਕਿਸੇ ਨਾਲੋਂ ਤੋੜਨਾ ਨਹੀਂ ਚਾਹੁੰਦਾ, ਤੇ ਮੈਂ ਨਹੀਂ ਕਹਿੰਦਾ ਵੀ ਤੁਸੀਂ ਇੱਧਰ ਜਾਓ ਉੱਧਰ ਆਓ, ਆਪਾਂ ਨਹੀਂ ਇਹ ਗੱਲ ਨੂੰ ਕਹਿੰਦੇ। ਇੱਕ ਗੱਲ ਧਿਆਨ ਨਾਲ ਸੋਚੋ, ਔਖੇ ਵੇਲੇ ਕਿਸੇ ਨੇ ਕੰਮ ਨਹੀਂ ਆਉਣਾ ਤੁਹਾਨੂੰ। ਤੁਸੀਂ ਕੋਈ ਮੋਨਾ ਵਾ, ਕੋਈ ਅਮਰਧਾਰੀ ਨਹੀਂ ਗਾ, ਕੋਈ ਪੈਂਟ ਸ਼ਰਟ 'ਚ ਰਹਿੰਦਾ, ਕੋਈ ਅੰਦਰ ਆ, ਕੋਈ ਬਾਹਰ ਆ। ਮੈਂ ਤੁਹਾਨੂੰ ਕੁਛ ਕੁ ਗੱਲਾਂ ਦੱਸਦਾ, ਮੈਨੂੰ ਉਹਨਾਂ ਦੇ ਜਵਾਬ ਚਾਹੀਦੇ ਆ। ਬਾਬਾ ਜੀ ਨਿਹੰਗ ਸਿੰਘ ਤਿਆਰ ਬਰ ਤਿਆਰ ਘਰੋਂ ਗਿਆ ਹੋਇਆ ਬਹਿੰਗਮ ਬਾਬਾ ਸ਼ਿੰਗਾਰਾ ਸਿੰਘ ਜੀ ਸੀ, ਉਹਨਾਂ ਦੀ ਗੱਲ ਕਰਨ ਲੱਗਾ ਮੈਂ। ਤੁਸੀਂ ਸਾਰੇ ਨਿਹੰਗ ਸਿੰਘ, ਇਹਨਾਂ ਨੂੰ ਪਤਾ ਹੋਊਗਾ, ਉਹ ਭੈਣ ਦਿੱਲੀ ਵਾਲੀ ਜਿਨ੍ਹਾਂ ਨੇ ਮੈਨੂੰ ਦੱਸਿਆ ਸੀ ਵੀ ਸ਼ਿੰਗਾਰਾ ਸਿੰਘ ਜੀ ਦੇ ਸੱਟ ਵੱਜੀ ਆ ਤੇ ਉਹਨਾਂ ਦਾ ਕੋਈ ਹੱਲ ਕਰੋ।
ਇਲਾਜ ਲਈ ਪੈਸੇ ਨਹੀਂ ਹੈਗੇ। ਮੈਂ 2-3 ਉਦਾਹਰਨਾਂ ਦਊਂਗਾ। ਅਸੀਂ ਸ਼ਿੰਗਾਰਾ ਸਿੰਘ ਜੀ ਦੀ ਗੱਲ ਕਰਦੇ ਹਾਂ। ਬਾਬਾ ਜੀ ਇਸ ਹੋਲੇ ਮਹੱਲੇ ਨੂੰ ਛੱਡ ਕੇ ਪਿਛਲੇ ਹੋਲੇ ਮਹੱਲੇ ਤੇ ਮੀਂਹ ਪੈ ਰਿਹਾ ਸੀ, ਤਿਆਰੀ ਚੱਲਦੀ ਸੀ ਘੋੜ ਦੌੜਾਂ ਦੀ। ਬਾਬਾ ਸ਼ਿੰਗਾਰਾ ਸਿੰਘ ਜੀ ਉਹ ਨੌਜਵਾਨ ਸਿੰਘ ਸੀਗੇ ਚੜ੍ਹਦੀ ਕਲਾ ਵਾਲੇ, ਜਿਹੜੇ 2 ਘੋੜਿਆਂ ਦੇ ਉੱਤੇ ਚੜ੍ਹ ਕੇ ਸ੍ਰੀ ਸਾਹਿਬ ਮੂੰਹ 'ਚ ਫੜ ਕੇ ਦੂਜੇ ਹੱਥ ਨਾਲ ਸ੍ਰੀ ਸਾਹਿਬ ਘੁਮਾਉਂਦੇ ਸੀ। ਬਾਬਾ ਜੀ ਪ੍ਰੈਕਟਿਸ ਦੌਰਾਨ ਘੋੜੇ ਦਾ ਪੈਰ ਪਿਆ ਸੱਪ ਦੀ ਖੁੱਡ 'ਚ। ਘੋੜਾ ਦੋਵੇਂ ਡਿੱਗੇ, ਦੋਵਾਂ ਦੇ ਸੰਨਾਂ ਦੇ ਵਿੱਚ ਆ ਕੇ ਬਾਬਾ ਸ਼ਿੰਗਾਰਾ ਸਿੰਘ ਜੀ ਦਾ, ਨਿਹੰਗ ਸਿੰਘ ਦਾ ਦਿਲ ਪਾਟ ਗਿਆ ਸੀ। ਮੈਂ ਬਲੱਡ ਦੇ ਕੇ ਜਲੰਧਰੋਂ ਆਇਆ ਵਾਂ ਮੋਗੇ, ਮੈਨੂੰ ਸਿੰਘ ਦਾ ਫੋਨ ਆਇਆ ਉਥੋਂ ਲੁਧਿਆਣੇ ਤੋਂ ਵੀ ਆਹ ਚੱਕਰ ਆ। ਬੀਬੀ ਦਾ ਇੱਕ ਦਾ ਭੈਣ ਦਾ ਮੈਸੇਜ ਆਇਆ ਦਿੱਲੀ ਤੋਂ, ਉਹ ਵੀ ਸ਼ਾਇਦ ਸੁਣਦੇ ਹੋਣਗੇ। ਉਹਨਾਂ ਨੇ ਦੱਸਿਆ ਅਮਰਤਪਾਲ ਸਿੰਘ ਵੀਰੇ ਵੀ ਬਾਬਾ ਸ਼ਿੰਗਾਰਾ ਸਿੰਘ ਦੇ 6 ਵੱਜੀ ਆ ਤੇ DMC ਲੁਧਿਆਣੇ ਦਾਖਲ ਨੇ। ਬਿਨਾਂ ਦਮਾਲੇ ਤੋਂ ਮੈਂ ਗੱਡੀ 'ਚ ਬਹਿ ਕੇ ਦਮਾਲਾ ਸਜਾਇਆ ਸੀ, ਹਜੇ ਤੱਕ ਵੀਡੀਓ ਪਈ ਆ। ਤੇ ਮੈਂ ਬਾਬਾ ਸ਼ਿੰਗਾਰਾ ਸਿੰਘ ਜੀ ਕੋਲੇ ਗਿਆ, ਹਾਲਾਤ ਦੇਖੇ, ਡਾਕਟਰ ਨੂੰ ਕਿਹਾ ਡਾਕਟਰ ਸਾਹਿਬ ਉਹ ਕਹਿੰਦੇ ਵੀ ਮੁਸ਼ਕਲ ਆ। ਮੈਂ ਕਿਹਾ ਇਹ ਗੱਲ ਨਹੀਂ ਕਹਿਣੀ, ਜਿੰਨਾ ਪੈਸਾ ਲੱਗਦਾ ਅਸੀਂ ਲਾਵਾਂਗੇ, ਤੁਸੀਂ ਇਲਾਜ ਸ਼ੁਰੂ ਕਰੋ। ਬਾਬਾ ਜੀ ਅਸੀਂ ਤੁਹਾਨੂੰ ਦੱਸ ਦਈਏ, ਇਲਾਜ ਸ਼ੁਰੂ ਹੋਇਆ, 30,000 ਰੁਪਈਆ ਜਮ੍ਹਾਂ ਕਰਾਇਆ। ਬਾਹਰਲੇ ਸਿੰਘਾਂ ਨੂੰ ਬੇਨਤੀ ਕੀਤੀ, ਪਰਸਨਲ ਪੱਧਰ ਤੇ ਲਿਖਿਆ ਨਹੀਂ। ਨਿਹੰਗ ਸਿੰਘ ਨੂੰ ਲੋੜ ਆ, ਸਾਨੂੰ ਬੇਇੱਜ਼ਤੀ ਮਹਿਸੂਸ ਹੁੰਦੀ ਆ ਜਦੋਂ ਅਸੀਂ ਲੈ ਕੇ ਬਾਹਰਲੇ ਨੂੰ ਕਹਿੰਦੇ ਆ ਨਾ, ਚਾਹੇ ਸਾਡੇ ਹੀ ਆ, ਵੀ ਆ ਨਿਹੰਗ ਸਿੰਘ ਦੀ ਛੱਤ ਡਿੱਗਣ ਵਾਲੀ ਆ ਜੀ, ਨਿਹੰਗ ਸਿੰਘ ਦੀ ਇੱਜ਼ਤ ਖਤਰੇ ਤਾਂ ਜੀ, ਨਿਹੰਗ ਸਿੰਘ ਦਾ ਇਲਾਜ ਹੋਣ ਵਾਲਾ, ਸਾਨੂੰ ਬੇਇੱਜ਼ਤੀ ਮਹਿਸੂਸ ਹੁੰਦੀ ਆ। ਅਸੀਂ ਤਾਂ ਤਖਤਾਂ ਦੇ ਰਾਜੇ ਸੀਗੇ, ਤੁਸੀਂ ਤਾਂ ਸਾਨੂੰ 10-10 ਰੁਪਈਏ ਮੰਗਣ ਲਾਤਾ। ਇਹ ਸਭ ਤੁਹਾਡੀਆਂ ਮਿਹਰਬਾਨੀਆਂ ਮੁਖੀਆਂ ਦੀਆਂ। ਜੇ ਤੁਸੀਂ ਸੱਪਾਂ ਵਾਂਗੂ ਬੈਠੇ ਰਹੋਗੇ ਮਾਇਆ ਤੇ ਸਥਾਨਾਂ ਤੇ ਜ਼ਮੀਨਾਂ ਦੇ ਉੱਤੇ, ਤੁਸੀਂ ਮੈਂ ਤੁਹਾਨੂੰ ਬਾਬਾ ਸ਼ਿੰਗਾਰਾ ਸਿੰਘ ਜੀ ਦੀ ਗੱਲ ਪੂਰੀ ਕਰਕੇ ਜ਼ਮੀਨਾਂ ਤੇ ਆਊਂਗਾ। ਬਾਬਾ ਸ਼ਿੰਗਾਰਾ ਸਿੰਘ ਜੀ ਚੜ੍ਹਦੀ ਕਲਾ ਵਾਲੇ ਸਿੰਘ ਸੀ। ਮੇਰੇ ਹੱਥਾਂ ਦੇ ਵਿੱਚ ਉਹਨਾਂ ਦਾ ਸਿਰ ਸੀ ਜਦੋਂ ਸਾਹ ਲਈ ਜਾਂਦੇ ਸੀ। ਤੇ ਮੈਨੂੰ ਡਾਕਟਰ ਨੇ ਕਿਹਾ ਖੂਨ ਦੀ ਬੋਤਲ ਚਾਹੀਦੀ ਆ ਵੀ। ਅਸੀਂ ਰਾਤ ਨੂੰ ਬਾਹਰ ਨਿਕਲੇ ਹੌਸਪੀਟਲ ਚੋਂ, ਮੈਂ ਦੇ ਨਹੀਂ ਸਕਦਾ। ਮੈਂ ਬਾਹਰ ਸਿੰਘਾਂ ਨੂੰ ਕਿਹਾ, ਉਹ ਸਿੰਘ ਕਹਿੰਦੇ ਬਾਬਾ ਜੀ ਕਿਵੇਂ? ਮੈਂ ਕਿਹਾ ਸਿੰਘੋ ਬਲੱਡ ਦੀ ਬੋਤਲ ਚਾਹੀਦੀ ਆ, ਇੱਕ ਖੂਨ ਦੀ, ਬਾਬਾ ਜੀ ਨੂੰ ਬਹੁਤ ਐਮਰਜੈਂਸੀ। ਤੂੰ ਦੇ ਦੇ ਯਾਰ, ਤੂੰ ਦੇ ਦੇ, ਤੂੰ ਦੇ ਦੇ ਯਾਰ, ਤੂੰ ਦੇ ਦੇ। ਬਾਬਾ ਜੀ ਕਿਸੇ ਨੇ ਖੂਨ ਦੀ ਬੋਤਲ ਨਹੀਂ ਦਿੱਤੀ। ਖੂਨ ਦੀ ਬੋਤਲ ਅਸੀਂ ਮੁੱਲ ਲਈ ਆ ਅੰਦਰੋਂ DMC ਚੋਂ, ਸਾਡੇ ਕੋਲੇ ਪ੍ਰੂਫ ਆ। ਠੀਕ ਆ ਬਾਬਾ ਜੀ, ਪੈਸਿਆਂ ਦੀ ਲੋੜ ਪੈ ਗਈ, ਸਾਡੇ ਕੋਲੇ ਪੈਸੇ ਘਟ ਗਏ ਸੀਗੇ। ਅਸੀਂ ਬਾਹਰ ਇੱਕ ਵਾਰੀ ਫੇਰ ਜੋਗੇ ਵੇਖਿਆ, ਸਿੰਘ ਬਹੁਤ ਬੈਠੇ ਸੀ, ਨਿਹੰਗ ਸਿੰਘ ਉੱਤੇ ਕਿਰਪਾਨਾਂ ਖੰਡੇ ਲੈ ਕੇ। ਬਾਬਾ ਜੀ ਪੈਸੇ ਇਕੱਠੇ ਕਰੋ, ਸ਼ਿੰਗਾਰਾ ਸਿੰਘ ਜੀ ਨੂੰ ਲੋੜ ਆ। ਕੋਈ ਕਵੇ ਤਾਂ ਸਹੀ, ਮੂੰਹ ਹਲਾਵੇ ਯਾਰ, ਵੀ ਕੋਈ 50 ਰੁਪਈਏ ਦਿੱਤੇ ਬਾਬਾ ਸ਼ਿੰਗਾਰਾ ਸਿੰਘ ਜੀ ਦੇ ਇਲਾਜ ਲਈ। ਅਸੀਂ ਪੈਸੇ ਇਕੱਠੇ ਕਰਕੇ ਸੰਗਤ ਤੋਂ ਅਸੀਂ ਹੱਥ ਅੱਡ ਕੇ ਪੈਸੇ ਮੰਗ ਕੇ ਨਿਹੰਗਾ ਸਿੰਘਾਂ ਲਈ ਉੱਥੇ ਜਮ੍ਹਾਂ ਕਰਾਏ ਆ। ਤੇ ਮੈਂ ਕਿਹਾ ਵੀ ਮੈਂ ਥੱਕਿਆ, ਮੈਂ ਬਾਣਾ ਚੇਂਜ ਕਰਿਆ ਵਾ, ਲੁਧਿਆਣੇ ਚੱਲਿਆ ਮੋਗੇ ਆ ਕੇ। ਮੈਂ ਕਿਹਾ ਯਾਰ 2 ਘੰਟੇ ਸੌਂਚ ਗਏ। ਬਿੰਦਰ ਬਾਈ ਮੇਰੇ ਨਾਲ ਆ, ਅਸੀਂ ਸੁੱਤੇ ਆ, ਹਜੇ ਸੁੱਤੇ ਹੀ ਆ, ਉਦੋਂ ਹੀ ਬਾਈ ਦਾ ਫੋਨ ਆ ਗਿਆ ਲੁਧਿਆਣੇ ਤੋਂ। ਫਿਰ ਕਹਿੰਦੇ ਸ਼ਿੰਗਾਰਾ ਸਿੰਘ ਤਾਂ ਚੜ੍ਹਾਈ ਕਰ ਗਏ ਬਾਈ ਜੀ। ਤੇ ਮੈਂ ਕਿਹਾ ਤਾਂ ਬਹੁਤ ਮਾੜੀ ਗੱਲ ਹੋਈ, ਕੀ ਕਰਗੇ ਹੁਣ? ਚਲੋ ਚੱਲਦੇ ਆ ਉੱਥੇ। ਮੈਂ ਕਿਹਾ ਜੀ ਤੁਸੀਂ ਚਲੋ ਐਂ ਕਰੋ, ਸਾਨੂੰ ਬਾਬਾ ਸ਼ਿੰਗਾਰਾ ਸਿੰਘ ਜੀ ਦਾ ਘਰ ਪਤਾ ਵਾ, ਤੇ ਤੁਸੀਂ ਉੱਥੋਂ ਉਹਨਾਂ ਦੀ ਮ੍ਰਿਤਕ ਦੇ ਡੈੱਡ ਬੋਡੀ ਲੈ ਕੇ ਪਿੰਡ ਪਹੁੰਚੋ ਤੇ ਅਸੀਂ ਆਉਂਦੇ ਆ। ਬਾਬਾ ਜੀ ਬਹੁਤ ਸ਼ਰਮ ਵਾਲੀ ਗੱਲ ਆ, 15 ਕੁ ਮਿੰਟਾਂ ਪਿੱਛੋਂ ਸਿੰਘਾਂ ਦਾ ਫੋਨ ਆਉਂਦਾ ਤੇ ਸਿੰਘ ਕਹਿੰਦੇ ਆ ਅਮਰਤਪਾਲ ਸਿੰਘ 13,000 ਰੁਪਈਆ ਬਿੱਲ ਬਣਿਆ ਪਿਆ, 13,000 ਤੋਂ ਉੱਤੇ ਕੁਛ ਆ, ਤੇ ਡੈੱਡ ਬੋਡੀ ਹਸਪੀਟਲ ਨਹੀਂ ਦੇ ਰਿਹਾ। ਇੱਕ ਨਿਹੰਗ ਸਿੰਘ ਚੜ੍ਹਦੀ ਕਲਾ ਨਿਹੰਗ ਸਿੰਘ ਸੂਰਬੀਰ ਹੋਵੇ ਤੇ 13,000 ਰੁਪਏ ਪਿੱਛੇ ਡੈੱਡ ਬੋਡੀ DMC ਰੱਖ ਲਵੇ। ਤੇ ਤੁਸੀਂ ਉਹ ਕਹਿੰਦੇ ਸੀ ਤਖਤਾਂ ਦੇ ਰਾਜੇ, ਨਿਹੰਗ ਸਿੰਘ ਤਾਂ ਵਿਸ਼ਵ ਦਾ ਰਾਜਾ। ਨਿਹੰਗਾ ਸਿੰਘਾਂ ਦੀ ਤਾਂ ਮ੍ਰਿਤਕ ਦੇਹ ਨਹੀਂ ਪਰਿਵਾਰ ਨੂੰ ਦੇ ਰਹੀ ਗੌਰਮੈਂਟ, ਤੁਸੀਂ ਕੀ ਕਰੋਗੇ? ਤੇ ਤੁਹਾਡੇ ਥੱਲੇ ਲੈਂਡ ਕਰੂਜ਼ਰਾਂ, ਤੁਹਾਡੇ ਥੱਲੇ ਵੋਲਵੋ ਗੱਡੀਆਂ, ਤੇ ਉਹਨਾਂ ਕੋਲੇ ਕੁਛ ਵੀ ਨਹੀਂ, ਇਲਾਜ ਕਰਾਉਣ ਲਈ ਪੈਸੇ ਨਹੀਂ। ਚੱਲਦੇ ਸਾਰੇ ਤੁਸੀਂ ਨਿਹੰਗਾ ਸਿੰਘਾਂ ਦੇ ਸਿਰ ਤੇ ਆ। ਬਾਬਾ ਜੀ ਖੜੇ ਪੈਰ ਨੀਂਦਰੇ 'ਚ ਹੀ ਗਏ ਆ ਅਸੀਂ, ਤੇ 13,000 ਰੁਪਈਆ ਭਰ ਕੇ ਡੈੱਡ ਬੋਡੀ ਪਰਿਵਾਰ ਨੂੰ ਦਿੱਤੀ ਆ, ਪ੍ਰੂਫ ਹੈਗਾ ਸਾਡੇ ਕੋਲੇ। ਬਾਬਾ ਜੀ ਸ਼ਹੀਦੀ ਦਿਹਾੜਿਆਂ ਤੇ ਆਉਂਦੇ ਆ ਫਤਿਹਗੜ੍ਹ ਸਾਹਿਬ ਵਾਲੇ, ਘੋੜਿਆਂ ਦੀ ਰੇਸ ਦੇ ਵਿੱਚ ਨਿਹੰਗ ਸਿੰਘ ਆਉਂਦਾ, ਚੂਕਣਾ ਟੁੱਟਿਆ ਉਹਦਾ। ਬਾਬਾ ਜੀ ਉਹਨੂੰ ਪਟਿਆਲੇ ਰੈਫਰ ਕਰਕੇ ਪਟਿਆਲੇ ਹਸਪੀਟਲ ਛੱਡਿਆ ਆ। ਕਿਸੇ ਬੰਦੇ ਨੇ ਹਜੇ ਤੱਕ ਸਾਰ ਨਹੀਂ ਲਈ। ਉਹ ਬੰਦਾ ਕਿਰਪਾਨ ਉਹਦੀ ਲਾਹ ਕੇ ਗਾਤਰੇ ਵਾਲੀ ਗੀਝੇ 'ਚ ਲੈਟਰਿਨ ਬਾਥਰੂਮ ਉਹਦਾ ਵਿੱਚ ਨਿਕਲਿਆ ਵਿਆ, ਚੂਕਣਾ ਉਹਦਾ ਟੁੱਟਿਆ। ਹਸਪੀਟਲ ਨੇ ਰੇਲਵੇ ਸਟੇਸ਼ਨ ਤੇ ਛੱਡਤਾ, ਰੇਲਵੇ ਸਟੇਸ਼ਨ ਤੋਂ ਚੜ੍ਹ ਕੇ ਅੰਮ੍ਰਿਤਸਰ ਸਾਹਿਬ ਗਿਆ। ਕਿੰਨੇ ਦਿਨ ਬੰਦਾ ਉਹ ਲੈਟਰਿਨ ਤੇ ਬਾਥਰੂਮ ਦੇ ਵਿੱਚ ਬੈਠਾ ਰਿਹਾ, ਕਸ਼ਹਿਰਾ ਲਿਬੜਿਆ ਰਿਹਾ ਉਹਨਾਂ ਦਾ। ਭਾਈ ਗੁਰਪ੍ਰੀਤ ਸਿੰਘ ਜੀ ਮਿੰਟੋ ਉਹਨਾਂ ਨੂੰ ਉੱਥੋਂ ਲੈ ਕੇ ਆਏ, ਉਹਨਾਂ ਦੇ ਹਾਲਾਤ ਦੇਖੇ ਆ, ਮੈਂ ਤਾਂ ਮਿਲ ਕੇ ਆਇਆ ਜਾ ਕੇ ਉਹਨਾਂ ਨੂੰ। ਜਦੋਂ ਪਤਾ ਕੀਤਾ ਕਿਹੜੇ ਦਲ ਮੁਖੀ ਦਾ ਅਸੀਂ
ਉੱਥੇ ਉਹ ਗਏ ਆ ਹਰਮਿੰਦਰ ਸਿੰਘ ਜੀ ਮਿੰਟੂ ਤੇ ਉੱਥੋਂ ਦੇ ਸੇਵਾਦਾਰ ਗਏ ਆ। ਉਹ ਕਹਿੰਦਾ ਜੀ ਜੇ 2-4 ਹਜ਼ਾਰ ਰੁਪਇਆ ਲੈਣਾ ਤਾਂ ਲੈ ਜਾਓ, ਸਾਡਾ ਤਾਂ ਸਿੰਘ ਹੈ ਨਹੀਂ। ਜੇ ਲੋੜ ਆ ਤੁਸੀਂ ਘੋੜੇ ਸੰਭਾਲਣੇ ਆ, ਮਗਰ ਲਾਉਣੇ ਆ, ਜੈ ਜੈਕਾਰ ਕਰਾਉਣੀ ਆ ਤੇ ਤੁਹਾਡੇ, ਤੇ ਜੇ ਸੱਟ ਵੱਜ ਜੇ ਤੇ ਉਹਨਾਂ ਨੂੰ ਲੋੜ ਪੈ ਜੇ ਕਿਸੇ ਦੇ ਨਹੀਂ। ਬਾਬਾ ਜੀ ਤੁਸੀਂ ਤਾਂ ਜਾਤ ਪਾਤ ਨੂੰ ਬਹੁਤ ਤੁਸੀਂ ਮੰਨਦੇ ਆ, ਮਹਾਰਾਜ ਨੇ ਤਾਂ ਦੂਰ ਕੀਤਾ ਸੀ। ਤੁਸੀਂ ਤਾਂ ਕੁਛ ਗੁਰਦੁਆਰਾ ਸਾਹਿਬ ਦੇ ਵਿੱਚ ਮਜ਼੍ਹਬੀ ਸਿੱਖਾਂ ਨੂੰ ਵੱਖਰਾ ਤੁਸੀਂ ਛਕਾਉਂਦੇ ਅੰਮ੍ਰਿਤ, ਦੂਜੀਆਂ ਕੌਮਾਂ ਨੂੰ ਵੱਖਰਾ ਛਕਾਉਂਦੇ। ਸ਼ੁਕਰ ਆ ਮੈਂ ਤੁਹਾਡੇ ਕੋਲੋਂ ਨਹੀਂ ਸਿੱਖਣਾ ਕਿ ਮੇਰੇ ਤਾਂ ਸਾਰੀ ਉਮਰ ਲੰਘ ਜਾਣੀ ਸੀ ਵੀ ਤੂੰ ਤਾਂ ਮੁਸਲਮਾਨਾਂ ਦਾ ਮੁੰਡਾ, ਤੈਨੂੰ ਅਸੀਂ ਅੰਮ੍ਰਿਤ ਕਿਵੇਂ ਛਕਾ ਦਈਏ। ਮਾੜਾ ਮੋਟਾ ਇਸ ਗੱਲ ਨੂੰ ਸੋਚੋ। ਅਨੰਦਪੁਰ ਸਾਹਿਬ ਦਾ ਸਿੰਘ ਇੱਕ ਸਾਡੇ ਕੋਲ ਆਇਆ, ਹੁਣ ਸਾਡੇ ਗਰੁੱਪ ਦੇ ਵਿੱਚ ਭਰਤੀ ਹੋਈ ਆ, ਅਸੀਂ ਉਹਦੇ ਤੇ ਧਿਆਨ ਰੱਖਿਆ ਵਾ। ਮੈਂ ਕਿਹਾ ਵੀ ਉਹਨੇ ਬਾਣੇ ਵਾਲੀ ਫੋਟੋ ਦਿਖਾਈ ਤੇ ਮੈਂ ਕਿਹਾ ਮੂੰਹ ਮੁੰਨੀ ਫਿਰਦਾ, ਹੁਣ ਕੇਸ ਕਿੱਥੇ ਆ ਤੇਰੇ? ਕਹਿੰਦੇ ਬਾਬਾ ਜੀ ਬਹੁਤ ਚੜ੍ਹਦੀ ਕਲਾ ਨਾਲ ਅੰਮ੍ਰਿਤ ਛਕਿਆ ਸੀ ਤੇ ਨਿਤਨੇਮੀ ਸੀ ਤੇ ਸੋਚਿਆ ਦਲ ਪੰਥ 'ਚ ਸੇਵਾ ਕਰਾਂਗੇ, ਪਰਿਵਾਰ ਠੀਕ ਨਹੀਂ ਹੈਗਾ ਤੇ ਪੰਥ ਦੇ ਲੇਖੇ ਲਾਉਣੀ ਆ ਜ਼ਿੰਦਗੀ। ਤੇ ਬਾਬਾ ਜੀ ਉਹਨਾਂ ਨੂੰ ਲੰਗਰ 'ਚ ਵੜਨ ਤਾਂ ਦੇ ਦਿੰਦੇ ਤੁਸੀਂ। ਉਹ ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ ਜੀ ਨੂੰ ਪੁੱਛਦਾ, ਉਹ ਬੁੱਢਾ ਦਲ ਦੇ ਲੰਗਰ 'ਚ ਗਿਆ ਸੀ ਤੇ ਉਹ ਕਹਿੰਦੇ ਹਾਂਜੀ, ਉਹ ਕਹਿੰਦੇ ਵੀ ਮੈਂ ਰੰਗਰੇਟਾ ਮਜ਼੍ਹਬੀ ਸਿੱਖਾਂ ਦੇ ਵਿੱਚੋਂ ਆ। ਬਾਬਾ ਜੀ ਲੰਗਰ ਨਹੀਂ ਛਕਾਇਆ ਉਹਨੂੰ ਸਿੰਘ ਨੂੰ, ਤੇ ਮਨ ਟੁੱਟ ਗਿਆ ਤੇ ਉਹਨੇ ਕੇਸ ਦਾੜੀ ਕਟਾ ਤੇ ਉਹਨੇ ਬਾਣਾ ਵਧਾਤਾ। ਕੀ ਕਰੀਏ, ਕਿਹਨੂੰ ਦੋਸ਼ ਦਈਏ ਇਹਦਾ ਅਸੀਂ, ਦੱਸੋ। ਬਾਬਾ ਜੀ ਅਗਸਤ 2018 ਦੇ ਵਿੱਚ ਗੰਗਾ ਨਗਰ ਅਮਰਧਾਰੀ ਬੀਬੀ ਸਿਰ ਤੇ ਦਸਤਾਰ ਗਾਤਰੇ ਸ੍ਰੀ ਸਾਹਿਬ ਬਾਜ਼ਾਰ ਦੇ ਵਿੱਚ ਜਾਂਦੇ ਆ, ਪ੍ਰੈਗਨੈਂਟ ਆ ਕੁਛ ਕੁ ਦਿਨਾਂ ਦੇ, ਤੇ ਉਹਨਾਂ ਨੂੰ ਕੋਈ ਬੰਦੇ ਛੇੜ ਕੇ ਲੰਘ ਗਏ ਤੇ ਉਹਨਾਂ ਨੇ ਬੀਬੀ ਕੁਛ ਬੋਲ ਪਏ, ਉਹਨਾਂ ਨੂੰ ਨੀਵੀਂ ਪਾਲੀ ਉਹਨਾਂ ਨੇ, ਤੇ ਉਹਨਾਂ ਨੇ ਬੀਬੀ ਨੂੰ ਥੱਲੇ ਸੱਟ ਕੇ ਉਹਦੇ ਢਿੱਡ 'ਚ ਲੱਤਾਂ ਮਾਰੀਆਂ ਅੰਮ੍ਰਿਤਧਾਰੀ ਦੇ। ਹਜੇ ਤੱਕ ਕੋਈ ਦਲ ਪੰਥ ਦਾ ਮੁਖੀ ਨਹੀਂ ਬੋਲਿਆ, ਕੀ ਕਰੀਏ। ਬਾਬਾ ਜੀ ਮਹਾਰਾਜਾ ਰਣਜੀਤ ਸਿੰਘ ਵੇਲੇ ਦੇ ਸਿਕਰੀਗਰ ਸਿੱਖ ਬੈਠੇ ਆ ਬਾਹਰਲੀਆਂ ਸਟੇਟਾਂ ਦੇ ਵਿੱਚ, ਕਰਨਾਟਕਾ, ਤਾਮਿਲਨਾਡੂ, ਇੱਧਰ ਮਹਾਰਾਸ਼ਟਰ, ਗੁਜਰਾਤ। ਬਾਬਾ ਜੀ ਸਿਰ ਤੇ ਕਾਨਿਆਂ ਦੀ ਛੱਤ ਆ ਉਹਨਾਂ ਦੇ, ਉਹ ਵੀ ਜੇ ਮੀਂਹ ਆਉਂਦਾ ਤਾਂ ਉੱਡ ਜਾਂਦੀ ਹੈ, ਤੇ ਨਹੀਂ ਤਾਂ ਵਾਹ ਭਲੀ ਆ। ਇਲਾਜ ਕਰਾਉਣ ਲਈ ਪੈਸੇ ਨਹੀਂ, ਖਾਣ ਲਈ ਉਹਨਾਂ ਕੋਲ ਰੋਟੀ ਨਹੀਂ। ਤੇ ਅਸੀਂ ਉਹਨਾਂ ਕੋਲ ਜਾ ਕੇ ਆਏ ਆ, ਉਹ ਕਹਿੰਦੇ ਬਾਈ ਜੀ ਧਰਮ ਤਬਦੀਲ ਕਰ ਲਈਏ ਅਸੀਂ। ਤੇ ਮੈਂ ਕਿਹਾ ਵੀ ਉਹ ਦਲਾ ਪੰਥਾਂ ਦੇ ਮੁਖੀਆਂ ਨੂੰ ਪੁੱਛਾਂਗੇ, ਸਮਾਂ ਆਊਗਾ ਤੇ ਮੈਂ ਤੁਹਾਨੂੰ ਪੁੱਛ ਲਿਆ ਤੇ ਉਹਨਾਂ ਨੂੰ ਤੁਸੀਂ ਲਾਈਵ ਹੋ ਕੇ ਕਹਿ ਦਿਓ ਭਾਈ ਸਾਡੇ ਤੋਂ ਨਹੀਂ ਸਾਂਭਿਆ ਜਾਂਦਾ। ਜੇ ਤਾਂ ਇੰਗਲੈਂਡ, ਕੈਨੇਡਾ, ਅਮਰੀਕਾ, ਨਿਊਜ਼ੀਲੈਂਡ ਤੋਂ ਜ਼ਮੀਨ ਦਾਨ ਹੋਣੀ ਆ ਤੇ ਤੁਸੀਂ ਜਹਾਜ਼ ਲੈ ਕੇ ਚੜ੍ਹ ਜਾਂਦੇ ਆ ਉੱਥੇ, ਤੇ ਜੇ ਇੱਧਰ ਕਿਸੇ ਨੂੰ ਲੋੜ ਪੈ ਗਈ ਕੋਈ ਕਮਰੇ ਬਣਾਉਣ ਦੀ ਤੇ ਹਜੇ ਤੱਕ ਤੁਹਾਨੂੰ ਸੁਰਤ ਨਹੀਂ ਵੀ 100 ਸਾਲ ਤੋਂ ਉੱਤੇ ਹੋ ਗਏ ਤੇ ਸਿੱਖਾਂ ਦੇ ਸਿਰਾਂ ਤੇ ਛੱਤ ਵੀ ਹੈ ਨੀ ਗੀ, ਬੀਬੀਆਂ ਵਿਆਹੁਣ ਵੱਲੋਂ ਬੈਠੇ ਆ ਉਹ। ਬਾਬਾ ਜੀ ਜਿਹੜੇ ਸੰਘਰਸ਼ਸ਼ੀਲ ਸਿੰਘ ਸੀ, ਹਾਂ ਹਰੀਆਂ ਵੇਲਾਂ ਬਾਬਾ ਚੇ ਸਿੰਘ ਜੀ ਤੋਂ ਚੱਲਿਆ ਨਾ। ਬਾਬਾ ਚੇ ਸਿੰਘ ਜੀ ਨੇ ਬਾਬਾ ਚੇ ਸਿੰਘ ਜੀ ਤੇ ਸਾਰੇ ਦਲ ਨੂੰ ਜਾਣੀ ਕਿ ਬਹੁਤ ਗਿਣਤੀ ਨੂੰ ਗੋਰਿਆਂ ਨੇ ਜੇਲ੍ਹ 'ਚ ਬੰਦ ਕਰਤਾ ਸੀ 47 ਤੋਂ ਪਹਿਲਾਂ। ਜਦੋਂ ਇੰਡੀਆ ਦੀ ਗੌਰਮੈਂਟ ਨਾਲ ਰਲ ਕੇ ਵੰਡ ਹੋਈ ਆ ਤੇ ਬਾਬਾ ਚੇ ਸਿੰਘ ਜੀ ਨਾਲ ਸਮਝੌਤੇ ਹੋਏ ਸੀ, ਕੁਛ ਐਕਸ਼ਨ ਗੌਰਮੈਂਟ ਨਹੀਂ ਲਿਆ ਕਰੂਗੀ ਨਿੱਘਾ ਸਿੰਘਾਂ ਤੇ ਬਾਬਾ ਜੀ ਤੁਸੀਂ, ਮੈਂ ਇਹ ਨਹੀਂ ਕਹਿਣਾ ਵੀ ਪਟਿਆਲੇ ਜਿਹੜਾ ਕਾਂਡ ਹੋਇਆ ਸੀ ਉਹ ਸਹੀ ਸੀ ਕਿ ਨਹੀਂ। ਹਰਜੀਤ ਸਿੰਘ ਦਾ ਪੁਲਿਸ ਵਾਲੇ ਦਾ ASI ਦਾ ਗੁੱਟ ਵੱਢਤਾ ਸੀਗਾ ਸਿੰਘ ਨੇ। ਉਹ ਖਿਚੜੀ ਸਾਹਿਬ ਗੁਰਦੁਆਰਾ ਸਾਹਿਬ ਆ, ਉੱਥੇ ਕਈ ਟਾਈਮ ਤੋਂ ਮਹੰਤ ਸੀਗੇ, ਉੱਥੇ ਸੇਵਾ ਕਰਦੇ ਆ ਉਹ। ਤੇ ਬਾਬਾ ਜੀ ਉਹ ਲੜਾਈ ਝਗੜੇ ਦੇ ਵਿੱਚ ਗੱਲਬਾਤ ਹੋ ਹੀ ਜਾਂਦੀ ਆ, ਗੋਲੀ ਚੱਲ ਹੀ ਜਾਂਦੀ ਆ, ਕਿਰਪਾਨ ਚੱਲ ਹੀ ਜਾਂਦੀ ਆ। ਬਾਬਾ ਜੀ ਨਿਹੰਗ ਸਿੰਘ ਨੇ ਹਰਜੀਤ ਸਿੰਘ ਦਾ ਗੁੱਟ ਵੱਢਤਾ ਸੀ ਤੇ ਤੁਸੀਂ ਇਹ ਕਹਿ ਕੇ ਪੱਲਾ ਛਡਵਾ ਲਿਆ ਵੀ ਇਹ ਤਾਂ ਜੀ ਭੇਖੀ ਆ। ਤੇ ਬਾਈ ਕਿੱਧਰ ਨੂੰ ਜਾਵਾਂਗੇ ਬਾਬਾ ਜੀ ਅਸੀਂ? ਜੇ ਅਸੀਂ ਲੜ ਪਏ ਤਾਂ ਭੇਖੀ, ਜੇ ਅਸੀਂ ਸਵਾਲ ਪੁੱਛ ਲਗੇ ਤਾਂ ਭੇਖੀ, ਜੇ ਅਸੀਂ ਕਿਸੇ ਗੱਲ ਚੀਜ਼ ਮੰਗ ਲਗਿਆ ਕਿ ਤਾਂ ਭੇਖੀ। ਤੇ ਬਾਬਾ ਜੀ ਨਿਹੰਗ ਸਿੰਘ ਅਸਲੀ ਹੋਊਗਾ ਕਿਹੋ ਜਿਹਾ ਹੋਊਗਾ ਜਿਹਨੂੰ ਤੁਸੀਂ ਮਦਦ ਕਰੋਗੇ? ਸਾਨੂੰ ਇਹਨਾਂ ਗੱਲਾਂ ਦੇ ਜਵਾਬ ਦਿਓ। ਬਾਬਾ ਜੀ ਗੁਰੂ ਗ੍ਰੰਥ ਸਾਹਿਬ, ਤੁਸੀਂ ਮੈਨੂੰ ਇੱਕ ਗੱਲ ਦੱਸੋ, ਪੰਜਾਬ 'ਚ ਸਿੱਖ ਸਭ ਤੋਂ ਵੱਧ, ਪੰਜਾਬ 'ਚ ਸਭ ਤੋਂ ਵੱਧ ਬੇਅਦਬੀਆਂ ਕਿਉਂ ਹੋ ਰਹੀਆਂ ਵਾ? ਸੜਿਆ ਜਾਂ ਸਕੂਟਰ ਮੋਟਰਸਾਈਕਲ ਲੈਣ ਜਾਓ ਨਾ ਤੇ ਅਗਲਾ ਕਹਿੰਦਾ ਪਹਿਲਾਂ ਐਫੀਡੇਵਿਟ ਲੈ, ਐਫੀਡੇਵਿਟ ਦੇ, ਪ੍ਰੂਫ ਚੱਕ, ਫੇਰ ਤੈਨੂੰ ਕਾਪੀ ਦੇ ਨਾਲ ਸਕੂਟਰ ਦੇਵਾਂਗੇ। ਤੇ ਗੁਰੂ ਗ੍ਰੰਥ ਸਾਹਿਬ ਤਾਂ ਮੂੰਹ ਚੱਕ ਕੇ ਤੁਸੀਂ ਹਰੇਕ ਨੂੰ ਫੜਾ ਦਿੰਦੇ ਆ। ਸ਼੍ਰੋਮਣੀ ਕਮੇਟੀ ਨੂੰ ਵੀ ਪੁੱਛਦੇ ਅਸੀਂ, ਤੁਸੀਂ ਪੁੱਛਿਆ ਮਾੜਾ ਮੋਟਾ 328 ਸਰੂਪਾਂ ਦਾ ਹਜੇ ਤੱਕ ਤੁਸੀਂ ਲੇਖਾ ਜੋਖਾ ਨਹੀਂ ਦਿੱਤਾ, ਮੂੰਹ ਚੱਕੀ ਬੈਠੇ ਆ। ਫੇਰ ਕਹਿਣਾ ਜੀ ਸਿੰਘ ਚੜ੍ਹ ਕੇ ਆ ਗਏ, ਸਿੰਘ ਕਰਨ ਕੀ? ਅਸੀਂ ਕਰਾਂਗੇ ਕੁਛ, ਗੱਡੀ ਚਾੜਾਂਗੇ ਤੁਹਾਡੇ ਵਰਗਿਆਂ ਨੂੰ? ਤੁਸੀਂ ਸਾਨੂੰ ਇੱਕ ਗੱਲ ਦੱਸੋ, 1984 ਦੇ ਵਿੱਚ ਅਟੈਕ ਹੋਇਆ, ਲਾਇਬ੍ਰੇਰੀ ਦੇ ਵਿੱਚੋਂ, ਤੋਸ਼ਖਾਨੇ ਦੇ ਵਿੱਚੋਂ ਮਹਿੰਗੇ ਸਰੂਪ ਹੱਥ ਲਿਖਤ ਸੋਨੇ ਦੀ ਲਿਖਾਈ ਦੇ ਬਾਬਾ ਦੀਪ ਸਿੰਘ, ਭਾਈ ਮਣੀ ਸਿੰਘ ਦੇ ਹੱਥਾਂ ਦੇ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹੱਥਾਂ ਦੇ ਲਿਖੇ ਹੋਏ ਸਰੂਪ ਗੌਰਮੈਂਟ ਲੈ ਗਈ।
ਮੌਕੇ ਤੇ ਉੱਥੋਂ ਦੇ ਕਮੇਟੀ ਵਾਲਿਆਂ ਨੇ ਪਟੀਸ਼ਨ ਪਾਈ ਆ, ਕੇਸ ਦਰਜ ਕੀਤਾ। ਹਾਈ ਕੋਰਟ ਨੇ 3 ਕਿਸ਼ਤਾਂ ਦੇ ਵਿੱਚ ਤੁਹਾਨੂੰ ਸਮਾਨ ਦਿੱਤਾ। 3 ਕਿਸ਼ਤਾਂ ਦੇ ਵਿੱਚ ਭਾਈ ਰਣਜੀਤ ਸਿੰਘ ਜੀ ਵੀ ਬੋਲੇ ਆ ਤੇ ਮਾੜਾ ਮੋਟਾ ਇੱਕ ਅੱਧੇ ਸਰੂਪ ਦੇ ਦਰਸ਼ਨ ਹੀ ਕਰਾ ਦੋ। 3 ਕਿਸ਼ਤਾਂ 'ਚ ਸਮਾਨ ਦਿੱਤਾ, ਕੀ ਪਤਾ ਕਿੰਨਾ ਕੁ ਹੋਣਾ। ਅਸੀਂ ਸਾਰਿਆਂ ਨੂੰ ਪੁੱਛਦੇ ਹਾਂ, ਤੁਸੀਂ ਸਾਨੂੰ ਦੱਸੋ, ਨੌਜਵਾਨਾਂ, ਬੀਬੀਆਂ, ਭੈਣਾਂ, ਬਜ਼ੁਰਗ, ਸਾਡੇ ਭਰਾ ਨੇ, ਤੁਸੀਂ ਐਤਕੀ 84 ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕੀਤੇ ਆ ਤੇ ਗੋਲੀ ਲੱਗੀ ਹੋਈ ਆ ਉਹਨਾਂ ਦੇ, ਤੁਹਾਨੂੰ ਮਹਿਸੂਸ ਹੋਇਆ ਮਾੜਾ ਜਿਹਾ ਵੀ ਅਸੀਂ ਗੁਰੂ ਮੰਨਦੇ ਆ, ਉਹਨਾਂ ਦੇ ਗੋਲੀ ਲੱਗੀ ਆ, ਸਾਡੇ ਕੋਲੇ ਗੋਲੀ ਆ, ਅਸੀਂ ਫੋਟੋਆਂ ਵੀਡੀਓ ਸ਼ੇਅਰ ਕਰੀ ਜਾਂਦੇ, ਗੀਤ ਲਾ ਕੇ ਕਰੀ ਜਾਂਦੇ ਆ। ਤੁਹਾਨੂੰ ਮਾੜਾ ਮੋਟਾ ਤੁਹਾਡੇ ਹਿਰਦੇ ਬਲੂੰਦਰੇ ਗਏ ਆ ਕਿ ਨਹੀਂ ਵੀ ਜਿਹਨੂੰ ਅਸੀਂ ਗੁਰੂ ਮੰਨਦੇ ਆ ਉਹਨਾਂ ਦੀ ਯਾਰ ਹਜੇ ਤੱਕ ਪਿੱਤਲ ਦੀ ਗੋਲੀ ਵੱਜੀ ਵੀ ਆ। ਤੁਸੀਂ ਕੀ ਕਰ ਲੋਗੇ? ਇਹ ਤਾਂ ਸਮਾਂ ਹੀ ਵਧੀਆ ਚਾਲ ਚੱਲ ਗਿਆ। ਚਮਕੌਰ ਦੀ ਗੜੀ ਤੇ ਸਰਹੰਦ ਦੀਆਂ ਨੀਹਾਂ 'ਚ ਛੋਟੇ ਸਾਹਿਬਜ਼ਾਦੇ ਚਣੇ ਗਏ, ਵਧੀਆ ਹੋ ਗਿਆ। 10ਵੇਂ ਪਾਤਸ਼ਾਹ ਦੇ ਖੰਜਰ ਮਾਰਿਆ ਮੁਗਲਾਂ ਨੇ, ਨੰਦੇੜ ਦੀ ਧਰ ਤੇ ਚੜਾਈ ਕਰ ਗਏ। 10ਵੇਂ ਪਾਤਸ਼ਾਹ ਵਧੀਆ ਹੋ ਗਿਆ। ਜੇ ਅੱਜ ਜਿਉਂਦੇ ਹੁੰਦੇ ਨਾ, ਜੇ ਅੱਜ ਮਾਤਾ ਸਾਹਿਬ ਵਰਗੀਆਂ, ਮਾਤਾ ਸੁੰਦਰੀ ਜੀ ਵਰਗੀਆਂ ਸਾਹਿਬਜ਼ਾਦੇ ਅੱਜ ਹੁੰਦੇ, ਤੁਸੀਂ ਤਾਂ ਲੋਕਾਂ ਨੇ ਉਹਨਾਂ ਦੀ ਸਾਰ ਨਹੀਂ ਪੁੱਛਣੀ ਸੀ, ਤੁਸੀਂ ਤਾਂ ਲੈ ਕੇ ਬਹਿ ਜਾਣਾ ਸੀ। ਤੇ ਅੱਜ ਕੱਲ ਦੇ ਮੁਖੀ ਆ ਕੀ ਆ, ਇਹਨਾਂ ਦੇ ਕੰਨ ਤੇ ਜੂੰ ਹੀ ਨਹੀਂ ਸਰਕਦੀ, ਪਤਾ ਹੀ ਨਹੀਂ ਇਹਨਾਂ ਨੂੰ ਵੀ ਹੋ ਕੀ ਰਿਹਾ। ਮੈਂ ਰਹਿਤ ਮਰਿਆਦਾ ਦੇ ਉਲਟ ਨਹੀਂ ਹੈਗਾ। ਸਿੰਘ ਰਗੜੇ ਛਕਦੇ ਆ, ਸਿੰਘ ਬੱਕਰੇ ਛਕਦੇ ਆ, ਚਟੰਗੇ ਛਕਦੇ ਆ, ਛਕਣੇ ਚਾਹੀਦੇ ਆ। ਸਮਾਂ ਸੀਗਾ, ਉਹ ਸੂਰਬੀਰ ਸੀਗੇ, ਲੜਦੇ ਸੀ ਜੰਗਾਂ ਯੁੱਧਾਂ ਵੇਲੇ, ਉਹਨਾਂ ਨੂੰ ਲੋੜ ਸੀਗੀ। ਤੁਸੀਂ ਛਕੋ, ਅਸੀਂ ਦੇਵਾਂਗੇ ਸਾਰੀ ਉਮਰ, ਜਿੰਨਾ ਚਿਰ ਮੈਂ ਚਾਹੁੰਦਾ ਮੈਂ ਦਊਂਗਾ, ਭਾਵੇਂ ਰੋਜ਼ ਦੇਣੇ ਪੈਣ। ਜੋ ਚਾਹੀਦਾ, ਸੁੱਖਾ ਚਾਹੀਦਾ, ਬਦਾਮ ਰਸਦਾ ਬਸਦਾ, ਜੋ ਚਾਹੀਦਾ ਅਸੀਂ ਸੰਗਤ ਤੋਂ ਲੈ ਕੇ ਦੇਵਾਂਗੇ। ਪਰ ਮਾੜਾ ਮੋਟਾ ਖੂਨ ਜੇ ਪੀਨੇ ਆ ਤੇ ਖੂਨ ਵਹਾਉਣ ਦਾ ਵੀ ਤਾਂ ਜਿਗਰਾ ਰੱਖੋ ਨਾ। ਤੁਸੀਂ ਤਾਂ ਆਉਂਦਾ ਕਿਹੜਾ ਬੱਕਰਾ ਨਹੀਂ ਹਣਕਦਾ, ਧੌਣ ਲਾ ਕੇ ਮਾਰਦੇ ਆ ਤੁਸੀਂ। ਅਸੀਂ ਉਸ ਚੀਜ਼ ਦੇ ਉਲਟ ਨਹੀਂ ਹੈਗੇ, ਪਰ ਸਮਾਂ ਸੀ, ਸਮੇਂ ਦੀ ਭੁੱਖ ਹੁੰਦੀ ਆ। ਜੇ ਮਾਸ ਖਾਣਾ ਤੇ ਮਾਸ ਦੇਣਾ ਪੈਣਾ। ਕਿਹੜਾ ਮੁਖੀ ਆ ਜਿਹਨੇ ਗੌਰਮੈਂਟ ਨੂੰ ਨਹੀਂ ਮੰਗਾ ਰਿਹਾ? ਤੁਸੀਂ ਤਾਂ ਅੰਦਰ ਹੀ ਵੜ ਕੇ ਬਹਿ ਗਏ, ਸ਼ਰਮ ਹੀ ਲਾਤੀ ਤੁਸੀਂ, ਪਤਾ ਹੀ ਕੁਛ ਨਹੀਂ। ਬਸ ਪੱਗ ਦੇਣ ਹੀ ਜਾਂਦੇ ਆ, ਜਿੱਥੇ ਜਾਂਦੇ ਇਕੱਠੇ ਹੋ ਕੇ, ਜਾਂ ਸਮਾਗਮਾਂ ਤੇ ਪੈਸੇ ਇਕੱਠੇ ਕਰਨ, ਹੋਰ ਜੋ ਮਰਜ਼ੀ ਹੋਈ ਜਾਵੇ, ਹੜ ਆਈ ਜਾਣ। ਬਰਗਾੜੀ ਮੋਰਚੇ ਨੂੰ ਲਾ ਲਓ, ਲਿਆ ਬਰਗਾੜੀ ਵਾਲੇ, ਸਰਬੱਤ ਖਾਲਸਾ ਵਾਲੇ ਵੇਖ ਲਓ, ਇਹਨਾਂ ਨੇ ਕੀ ਜਖਣਾ ਵੜਤੀ ਆ। ਠੀਕ ਆ ਦਿੱਲੀ ਵੇਖ ਲਓ, ਕਿਸਾਨਾਂ ਦੇ ਹੱਕ ਆ। ਬਾਬਾ ਜੀ ਜ਼ਮੀਨਾਂ ਦੀ ਗੱਲ ਕਰਨੀ ਸੀ, ਚੇਤਾ ਆ ਗਿਆ। ਸਾਰੇ ਮੁਖੀਆਂ ਨੂੰ ਹੀ ਸਾਰੇ ਸਵਾਲ ਆ, ਕਿਸੇ ਨੂੰ ਟਾਰਗੇਟ ਨਹੀਂ ਕੀਤਾ। ਬੁੱਢਾ ਦਲ, ਦੰਦਮੀ ਟਕਸਾਲ ਦਲ, ਬਾਬਾ ਬਿਧੀ ਚੰਦ, ਹਰੀਆਂ ਬੇਲਾਂ, ਧਰਨਾ ਦਲ, 5 ਦਲ ਪੰਥ ਨੇ। ਦੂਜੀ ਟਕਸਾਲ ਇੱਕ, 4 ਦਲ ਪੰਥ ਨੇ। ਸਾਰਿਆਂ ਕੋਲੇ 50, 100, 200, 300 ਕਿੱਲਾ, 2-2000 ਤੱਕ ਕਿੱਲਾ ਸਾਰਿਆਂ ਕੋਲੇ। ਮੰਨ ਲਓ ਤੁਸੀਂ ਜਿਹੜਾ ਫਸਲ ਬੀਜਦੇ ਆ, ਝੋਨਾ ਕਣਕ ਬੀਜਦੇ ਆ, ਉਹਨੂੰ ਤਾਂ ਵੇਚ ਕੇ ਤੁਸੀਂ ਪੈਸੇ ਕਰ ਲੈਂਦੇ ਜਮਾ। ਤੇ ਫੇਰ ਬਈ ਟਰੈਕਟਰ ਟਰੱਕ ਕਾਹਤੋਂ ਤੋਰਦੇ ਆ ਪਿੰਡਾਂ ਨੂੰ ਵੀ? ਹਾਂ ਵੀ ਜੀ, ਜੱਟਾ ਵੱਢ ਲਈ, ਕਣਕ ਵੱਢ ਲਿਆ, ਝੋਨਾ ਦਓ ਬਈ। ਉਹ ਤੁਸੀਂ ਕਿੱਲਾ 1.5 ਕਿੱਲੇ ਵਾਲਿਆਂ ਨੂੰ ਨਹੀਂ ਛੱਡਦੇ ਪਿੰਡਾਂ ਚੋਂ ਕਣਕਾਂ ਝੋਨਾ ਜਾਂਦਾ, ਤੇ ਤੁਸੀਂ ਆਪਦੇ 100-100 ਹਜ਼ਾਰਾਂ ਕਿੱਲਿਆਂ ਦਾ ਸਮਾਨ ਕਿੱਧਰ ਜਾਂਦਾ ਬਈ? ਕੌਣ ਪੁੱਛੂਗਾ? ਜਾਂ ਤਾਂ ਕੋਈ ਦੱਸੋ ਵੀ ਹਾਂ ਵੀ ਉਹ ਘਰ ਬਣ ਗਏ ਜੀ, ਅਸੀਂ ਉਹਦਾ ਇਲਾਜ ਕਰਾਤਾ, ਅਸੀਂ ਜੀ ਉਹਨੂੰ ਪੜ੍ਹਾਤਾ। ਪਤਾ ਸਿੰਘਾਂ ਦੇ ਹਾਲਾਤ ਕੀ ਆ? ਜੇਲ੍ਹਾਂ ਦੇ ਵਿੱਚ ਬੈਠਾ ਦੇ ਅਸੀਂ 13 ਦਿਨ ਹੀ ਜੇਲ੍ਹ ਕੱਟੀ, ਚਾਹੇ ਰੋਂਦੇ ਆ, ਵਿਲਕਦੇ ਆ। ਉਹ ਕਈ ਸਿੰਘ ਜੇਲ੍ਹਾਂ ਦੇ ਵਿੱਚ ਆ। ਹੁਣ ਕੱਲ ਇੱਕ ਸਿੰਘ ਫੜਿਆ ਗਿਆ ਜਿਹਨੂੰ ਦਿੱਲੀ ਲਾਲ ਕਿਲੇ ਦੇ ਝੰਡਾ ਚੜਾਉਣ ਦੇ ਕੇਸ ਦੇ ਵਿੱਚ ਦਰਜ ਹੋਇਆ ਸੀ। ਕੇਸ 1 ਲੱਖ ਦਾ ਨਾਮ ਸੀ ਉਹਦੇ ਸਿਰ ਤੇ। ਕੋਈ ਗੁਨਾਹ ਕਰਤਾ? ਬਾਬਾ ਜੀ ਜੇ ਉਹਨੇ ਗੁਨਾਹ ਕੀਤਾ ਤੇ ਸਾਡੇ, ਮੈਂ ਤਾਂ ਕਹਿੰਦਾ ਬੁੱਢੇ ਦਲ ਦੇ ਮੁਖੀਆਂ ਤੇ ਵੀ ਪਰਚੇ ਕਰੋ। ਉਹਨਾਂ ਨੇ ਤਾਂ ਦਿੱਲੀ 13-14 ਵਾਰ ਜਿੱਤੀ ਆ ਮੇਰੇ ਹਿਸਾਬ ਨਾਲ, 17 ਰੱਖਣੀ। ਜਿਨ੍ਹਾਂ ਨੇ ਦਿੱਲੀ ਦਾ ਤਖਤ ਹੀ ਜਿੱਤ ਲਿਆ, ਲਾਲ ਕਿਲੇ ਤੇ ਪੀੜਾ ਢਾਕੀ ਬਹਿ ਗਏ, ਉਹਨਾਂ ਤੇ ਤਾਂ ਕੇਸ ਬਹੁਤ ਤਕੜਾ ਬਣਦਾ। ਇਹਨਾਂ ਨੇ ਤਾਂ ਸਿੰਘਾਂ ਨੇ ਝੰਡਾ ਹੀ ਚੜਾਇਆ ਸੀ। ਉਹ ਮਾੜਾ ਮੋਟਾ ਬੋਲ ਪੋ, ਸਿੱਖਾਂ ਦੇ ਬੱਚੇ ਆ, ਉਹ ਸਿੰਘਾਂ ਦੇ ਬੱਚੇ ਆ, ਉਹ ਸਿੱਖ ਪਰਿਵਾਰਾਂ ਦੇ ਆ। ਵਾਂ ਪਿੰਡ ਤੋਂ ਜਿਹੜਾ ਸਿੰਘ ਸੀ ਜਿਹਨੇ ਉੱਪਰ ਚੜ ਕੇ ਝੰਡਾ ਚੜਾਇਆ ਸੀ, ਮੇਨ ਸੀ। ਬਾਬਾ ਜੀ ਹਜੇ ਤੱਕ ਰੂਹ ਪੋਸ਼ ਆ, ਪਤਾ ਹੀ ਨਹੀਂ ਹੈਗਾ ਕਿ ਨਹੀਂ, ਪਤਾ ਨਹੀਂ ਗੋਲੀ ਮਾਰਤੀ ਆ, ਪਤਾ ਨਹੀਂ ਵੱਢ ਕੇ ਨਹਿਰ 'ਚ ਸਿੱਟਤਾ। ਕੀ ਕਰਗੇ? ਕਿੱਧਰ ਨੂੰ ਜਾਈਏ? ਬਾਬਾ ਜੀ ਸਿੱਖ ਪਰਿਵਾਰ ਦੀਆਂ ਬੀਬੀਆਂ ਤੇ ਸਿੱਖਾਂ ਨੂੰ ਭਾਈ ਬਲਜਿੰਦਰ ਸਿੰਘ ਪਰਵਾਨਾ ਨੇ ਪਾਈ ਸੀਗੀ ਵੀਡੀਓ। ਬਾਬਾ ਜੀ ਜੁੱਤੀ ਲਾ ਕੇ ਉਹਦੇ 'ਚ ਬਾਥਰੂਮ ਕਰਕੇ ਪਿਆਇਆ ਗਿਆ ਸਿੱਖਾਂ ਨੂੰ। ਕੀ ਕਰੀਏ? ਕਿਹੜੇ ਦਲ ਪੰਥ ਨੂੰ ਮੰਨੀਏ ਜਾ ਕੇ ਵੀ ਸਾਡੀ ਸਾਰ ਲੈ ਲਓ?
ਸੰਤ ਕਹਿੰਦੇ ਆ, ਮਹਾਪੁਰਸ਼ ਕਹਿੰਦੇ ਆ, ਬਾਬਾ ਜੀ ਕਰਦੇ, ਲੋਕਾਂ ਦੀ ਜ਼ੁਬਾਨ ਨਹੀਂ ਥੱਕਦੀ। ਤੇ ਤੁਸੀਂ ਤਾਂ, ਤੁਹਾਨੂੰ ਤਾਂ ਪਤਾ ਹੀ ਕੁਛ ਨਹੀਂ। ਅਸੀਂ ਆਪਦੇ ਕੇਸ ਦੇ ਵਿੱਚ ਸਾਨੂੰ ਤੁਹਾਡਾ ਪਤਾ ਲੱਗਾ ਜਾ ਕੇ। ਸ੍ਰੀ ਦਰਬਾਰ ਸਾਹਿਬ ਗੁਰੂ ਰਾਮਦਾਸ ਜੀ ਦਾ, ਮਹਾਰਾਜ ਦਾ ਇਲਾਹੀ ਨੂਰਾਨੀ ਦਰਬਾਰ, ਨਚਾਰਾਂ ਦੇ ਬੁੱਤ ਬਣਾਏ ਗਏ। 2016 ਤੋਂ ਲੈ ਕੇ 2020 4-5 ਸਾਲ ਤੱਕ ਵੇਟ ਕੀਤੀ ਆ, ਕਿਸੇ ਦਲ ਪੰਥ ਨੇ ਨਹੀਂ ਸਕਦੀ। ਇਹਨਾਂ ਨੇ ਤਾਂ ਦੰਦਮੀ ਟਕਸਾਲ ਬਾਬਾ ਹਰਨਾਮ ਸਿੰਘ ਨੇ ਤਾਂ ਕਿਹਾ ਇਹ ਤਾਂ ਬਾਦਲ ਪਰਿਵਾਰ ਜਿਉਂਦਾ ਵਸਦਾ ਰਵੇ, ਜਿਹਨੇ ਇੰਨਾ ਸੋਹਣਾ ਬਣਾਤਾ। ਤੇ ਮਾੜਾ ਮੋਟਾ ਅਕਲ ਨੂੰ ਹੱਥ ਮਾਰੋ, ਵੇਖਦਾ ਲੋ ਬਣਾ ਕੀ ਦਿੱਤਾ ਉਹਨਾਂ ਨੇ। ਉਹਨਾਂ ਨੇ ਤਾਂ ਵੇਸ਼ਖਾਨਾ ਬਣਾਤਾ, ਉਹਨਾਂ ਨੇ ਤਾਂ ਨਚਾਰਖਾਨਾ, ਐਕਟਰਖਾਨਾ ਬਣਾਤਾ ਦਰਬਾਰ ਸਾਹਿਬ ਨੂੰ। ਜਿਹੜਾ ਆਉਂਦਾ ਨੱਚਦਾ ਟੱਪਦਾ ਵੀਡੀਓ ਬਣਾਉਂਦਾ ਉੱਠ ਜਾਂਦਾ। ਮਾੜਾ ਮੋਟਾ ਇਸ ਗੱਲ ਨੂੰ ਤੁਸੀਂ ਜਾਣਦੇ ਤਾਂ ਤੁਹਾਨੂੰ ਪਤਾ ਲੱਗਦਾ। ਜੇ ਤੁਸੀਂ ਕਹਿੰਦੇ ਆ ਅਸੀਂ 9 ਸਿੰਘ ਗਲਤ ਸੀਗੇ ਬੁੱਤ ਢਾਉਣ ਚ, ਤੇ ਫਿਰ ਤੁਸੀਂ ਭਾਈ ਸੁੱਖਾ ਸਿੰਘ, ਮਹਿਤਾਬ ਸਿੰਘ ਦਾ ਇਤਿਹਾਸ ਗਲਤ ਸੁਣਾਉਂਦੇ ਆ ਲੋਕਾਂ ਨੂੰ। ਉਹ ਮੱਸੇ ਰੰਗੜ ਦਾ ਸਿਰ ਵੱਢ ਹੀ ਨਹੀਂ ਸਕਦੇ। ਜੇ ਸੁੱਖਾ ਸਿੰਘ, ਮਹਿਤਾਬ ਸਿੰਘ ਨੇ ਮੱਸੇ ਰੰਗੜ ਦਾ ਵੇਸ਼ਵਨ ਚੋਂ ਤੇ ਸਿਰ ਵੱਢਿਆ ਸੀ, ਫਿਰ ਸਾਡੇ ਵਾਲਾ ਕੇਸ ਵੀ ਮੰਨੋ ਸੱਚ ਆ। ਅਸੀਂ ਆਪਦੀ ਨਿੱਜੀ ਲੜਾਈ ਥੋੜੀ ਲੜੀ ਆ। ਅਸੀਂ ਤਾਂ ਗੁਰੂ ਰਾਮਦਾਸ ਮਹਾਰਾਜ ਦਾ ਸਥਾਨ ਤੋਂ ਮੂਹਰੇ ਰੂੜੀ ਚੱਕੀ ਆ ਵੀ ਕੋਈ ਇਹ ਨਾ ਕਵੇ ਨਚਾਰ ਆ ਸਿੱਖ। ਤੇ ਤੁਹਾਡੇ ਵਿੱਚੋਂ ਕੋਈ ਬੰਦਾ ਸਾਨੂੰ ਥਾਣੇ ਨਹੀਂ ਮਿਲਣਾ, ਕੋਈ ਸਾਨੂੰ ਰਿਮਾਂਡ ਤੇ ਨਹੀਂ ਮਿਲਣਾ, ਕੋਈ ਜੇਲ੍ਹ ਚੋਂ ਨਹੀਂ ਮਿਲਣਾ। ਕੋਈ ਹੁਣ 2 ਸਾਲ ਹੋ ਗਏ ਕੇਸ, 1.5 ਸਾਲ ਤੋਂ ਹਜੇ ਤੱਕ ਕਿਸੇ ਨੇ ਕੋਈ ਗੱਲਬਾਤ ਨਹੀਂ ਕੀਤੀ ਵੀ ਸਿੰਘ ਛੱਡੋ। ਅਸੀਂ ਸੰਗਤ ਨੂੰ ਕੀ ਦੱਸਗੇ? ਸਾਡੇ ਆ 9 ਸਿੰਘਾਂ ਦੀਆਂ ਦਸਤਾਰਾਂ ਲਾ ਕੇ ਪੁਲਿਸ ਵਾਲਿਆਂ ਨੇ ਥੁੱਕਿਆ ਮੂੰਹ ਤੇ। 15 ਸਾਲਾਂ ਦਾ ਸਿੰਘ ਸੀ ਸਾਡੇ ਨਾਲ ਹਰਕੁਮਰ ਸਿੰਘ, ਉਹਦੇ ਢਿੱਡ 'ਚ ਲੱਤਾਂ ਮਾਰੀਆਂ। ਕੀ ਦੱਸਗੇ ਤੁਹਾਨੂੰ ਮੁਖੀਆਂ ਨੂੰ? ਅਸੀਂ ਕਿੱਥੋਂ ਮੱਥਾ ਟੇਕ ਲਈਏ? ਅਸੀਂ ਆਪਦੀ ਨਿੱਜੀ ਥੋੜੀ ਲੜਾਈ ਲੜਦੇ ਆ। ਉਸੇ ਦਰਬਾਰ ਦੀ ਖਾਤਰ ਤਾਂ ਅਸੀਂ ਜਾ ਕੇ ਖੜੇ ਆ। ਉਸੇ ਦਰਬਾਰ ਦੀ ਸਖਤ ਹੁਣ ਤੱਕ ਸਿੰਘ ਸ਼ਹੀਦ ਹੋਇਆ, 100 ਸਿੰਘ ਦਾ ਸਿਰ ਲੱਗਾ ਹੋਇਆ ਇੱਕ ਟੁਕੜੀ ਥੱਲੇ। ਤੇ ਉਸੇ ਦਰਬਾਰ ਨੂੰ ਪਵਿੱਤਰ ਰੱਖਣ ਲਈ ਜੇ ਅਸੀਂ 2020 ਦੀ ਮਾਘੀ ਵਾਲੇ ਦਿਨ ਬੁੱਤ ਤੋੜਤੇ ਆ, ਤੇ ਸਾਡੇ ਨਾਲ ਕੋਈ ਖੜਿਆ ਨਹੀਂ ਮੁਖੀ ਦਲ ਪੰਥ ਦਾ ਕਿ ਸੰਗਤ ਦਾ ਅਸੀਂ ਦੇ ਨਹੀਂ ਦੇ ਸਕਦੇ। ਤੇ ਮੁਖੀਆਂ ਨੂੰ ਅਸੀਂ ਕੀ ਕਹੀਏ? ਕਹਿੰਦੇ ਸਾਡੇ ਉਲਟ ਬੋਲਦੇ ਆ। ਮੈਂ ਤਾਂ ਬੋਲੂੰਗਾ, ਕੋਈ ਡਰਦਾ ਡਰੇ ਕੋਈ ਕਿਸੇ ਨੂੰ, ਮੈਂ ਕਿਸੇ ਦਾ ਕੋਈ ਦੇਣਾ ਨਹੀਂ ਹੈਗਾ। ਕੱਲੇ ਜੰਮੇ ਕੱਲਿਆਂ ਨੇ ਜਾਣਾ। ਇੱਕ ਗੱਲ ਧਿਆਨ ਨਾਲ ਸੁਣ ਲਿਓ, 5 ਦਲਾਂ ਦੇ ਵਿੱਚੋਂ ਕੋਈ ਵੀ ਸਿੰਘ, ਉਹਨਾਂ ਦੇ ਵਿੱਚੋਂ ਉਹਨਾਂ ਨੂੰ ਇਹ ਮਾੜਾ ਮੋਟਾ ਗੁੱਸਾ ਆਉਂਦਾ, ਲਾਈਵ ਜ਼ਰੂਰ ਸੁਣ ਕੇ ਸੇਵ ਕਰਾਂਗੇ ਤੇ ਵਾਇਰਲ ਕਰਾਂਗੇ। ਚੜ ਕੇ ਆਇਓ, ਅਸੀਂ ਪਹਿਲ ਨਹੀਂ ਕਰਨੀ। ਚੜ ਕੇ ਆਣਾ, ਲਿਹਾਜ਼ ਨਹੀਂ ਹੋਣੀ। ਕੱਲੇ ਨੂੰ ਤੁਸੀਂ ਕੁਛ ਵੀ ਕਰ ਜਾਓ, ਕੋਈ ਚੱਕਰ ਨਹੀਂ ਹੈਗਾ। ਜੇ ਜਿਉਂਦਾ ਰਹੇਗਾ ਤੁਹਾਡਾ ਸਾਰਿਆਂ ਤੋਂ ਪਹਿਲਾਂ ਮੁਖੀ ਮਾਰਾਂਗੇ। ਜੇ ਮੈਨੂੰ ਪਤਾ ਲੱਗਾ ਇਹ ਸੰਪਰਦਾ ਨੇ ਮੇਰੇ ਤੇ ਹਮਲਾ ਕਰਾਇਆ, ਦੂਜੀ ਗੱਲ ਮੈਂ ਮਾਰਿਆ ਗਿਆ, ਤੇ ਇਹ ਗੱਲ ਹਮੇਸ਼ਾ ਯਾਦ ਰੱਖਿਓ, ਸਿਟੀਜ਼ਨਸ਼ਿਪਾਂ ਛੱਡ ਕੇ ਆਉਣਗੇ ਸਿੰਘ। ਨਾਲ ਦੇ ਸਿੰਘ ਬੈਠੇ ਆ ਬਾਹਰ, ਮੈਂ ਕੱਲਾ ਨਹੀਂ ਹੈਗਾ ਇੱਥੇ। 2 ਸਾਲਾਂ ਦੇ ਵਿੱਚ ਇੱਥੋਂ ਤੱਕ ਪਹੁੰਚ ਗਿਆ, ਕੋਈ ਗੱਲ ਹੀ ਆ। ਤੁਹਾਨੂੰ ਦੱਸਣਾ ਨਹੀਂ ਅਸੀਂ। ਤੇ ਤੁਸੀਂ ਇੱਕ ਵਾਰੀ ਆਇਓ ਸਹੀ, ਤੁਹਾਨੂੰ ਦੱਸਾਂਗੇ ਕਿਹੜੇ ਭਾਅ ਵਿਕਦੀ ਆ। ਤੇ ਇਹ ਨਾ ਹੋਵੇ ਕਿਤੇ ਜੁਰਮ, ਅਸੀਂ ਤਾਂ ਜੁਰਮ ਖਾਤਰ ਲੜਨਾ ਸਿੱਖ ਨੇ ਲਿਖਿਆ, ਤੇ ਜੁਰਮ ਤਾਂ ਤੁਸੀਂ ਕਰ ਹੀ ਰਹੇ ਆ। ਲੜਾਂਗੇ। ਸਾਡੇ 9 ਸਿੰਘਾਂ ਦੀਆਂ ਦਸਤਾਰਾਂ ਲਾ ਕੇ ਦਸਤਾਰਾਂ 'ਚ ਥੁੱਕਿਆ। ਕੀ ਦਸਤਾਰਾਂ ਸਾਡੀਆਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਸੀ। ਅਸੀਂ ਦੱਸਿਆ, ਪੁੱਠੇ ਲਮਕਾ ਕੇ ਕੁੱਟੇ ਆ, ਮੇਰੇ ਚੱਡੇ ਪਾੜੇ ਆ। ਕਿਸੇ ਨੇ ਹਜੇ ਤੱਕ ਸਾਰ ਲਈ। ਅਸੀਂ ਨਹੀਂ ਚਾਹੁੰਦੇ ਜਦੋਂ ਜੇ ਕਿਸੇ ਨੇ ਇਸ ਰਾਹ ਤੇ ਤੁਰਨਾ, ਇਹ ਭੁੱਲ ਜੋ ਤੁਹਾਡੇ ਪਿੱਛੇ ਕੋਈ ਆਊਗਾ। ਸਾਨੂੰ ਸੀਗਾ ਕੋਈ ਆਵੇ, ਸਾਨੂੰ ਸੀਗਾ ਕੋਈ, ਸਾਨੂੰ ਇਹ ਨਹੀਂ ਸਾਨੂੰ ਕੋਈ ਬਚਾਵੇ। ਜੇ ਬਚਾਉਣ ਦੀ ਗੱਲ ਹੁੰਦੀ ਤੇ ਮੈਂ ਪੇਸ਼ ਨਾ ਹੁੰਦਾ ਜਾ ਕੇ। ਤੇ ਮੈਂ ਇਹ ਗੱਲ ਕਹਿ ਵੀ ਦਿੰਦਾ, ਗੌਰਮੈਂਟ ਸ਼ਰਤ ਰੱਖੇ ਅਸੀਂ ਕੋਈ ਕੰਮ ਕਰ ਦਈਏ ਤੇ ਸਾਨੂੰ ਫੜ ਕੇ ਦਿਖਾਵੇ ਸਾਰੀ ਉਮਰ ਜਿਉਂਦਿਆਂ ਨੂੰ, ਤੇ ਅਸੀਂ ਧੌਣ ਲਵਾ ਦਿਆਂਗੇ। ਸਾਰਾ ਪਿੰਡ ਸੀਲ ਕੀਤਾ ਸੀ ਮੇਰਾ 3 ਦਿਨ ਵਾਸਤੇ, ਤੇ 2 ਦਿਨ ਮੈਂ ਪਿੰਡ ਦੇ ਵਿੱਚ ਰਿਹਾ ਤੇ ਹੱਥ ਨਹੀਂ ਲੱਗਾ ਕਿਸੇ ਦੇ। ਤੇ ਆਪ ਜਾ ਕੇ DGP ਦਫ਼ਤਰ ਪੇਸ਼ ਹੋਇਆ ਮੈਂ। ਤੁਸੀਂ ਮੈਨੂੰ ਕੋਈ ਕੰਮ ਸੌਂਪੋ, ਮੈਂ 24 ਘੰਟਿਆਂ ਦੇ ਵਿੱਚ ਸਿਰੇ ਚਾੜ ਦੂੰਗਾ। ਤੇ ਲੈ ਮੇਰਾ ਗੌਰਮੈਂਟ ਨੂੰ ਚੈਲੰਜ ਆ, ਫੜ ਕੇ ਦਿਖਾਵੇ। ਜਿੱਥੇ ਕਹਿਣਗੇ ਉੱਥੋਂ ਦੀ ਲੰਘ ਕੇ ਦਿਖਾਵਾਂਗੇ। ਤੁਸੀਂ ਸਾਨੂੰ ਫੜ ਕੇ ਦਿਖਾਓ। ਕੀ ਸੂਰਮੇ ਹੈ ਨਹੀਂ, ਕੀ ਯੋਧੇ ਹੈ ਨਹੀਂ। ਤੇ ਮੈਂ ਕਹਿੰਦਾ, ਮੈਂ 5 ਮੁਖੀਆਂ ਨੂੰ ਤੁਸੀਂ ਲਾਓ ਚੱਪਲਾਂ ਤੇ ਮੇਰੇ ਨਾਲ ਖੜੋ ਉੱਥੇ, ਤੇ ਆਪਾਂ ਚਲੋ ਅਸੀਂ ਥੱਲਿਓ ਚੱਲਦੇ ਹਾਂ। ਤੇ ਅਨੰਦਪੁਰ ਸਾਹਿਬ ਅੱਜ ਦੁਪਹਿਰਾ, ਸਿਖਰ ਦੁਪਹਿਰਾ ਤੁਰ ਕੇ ਨੰਗੇ ਪੈਰੀ ਮੱਥਾ ਟੇਕ ਗਏ। ਤਾਂ ਮੇਰੇ ਹਿਸਾਬ ਨਾਲ ਚੜਾਈ ਨਹੀਂ ਚੜੀ ਜਾਣੀ। ਪੈਰ ਤਾਂ ਤੁਹਾਡੇ ਹੋਏ ਪਏ ਰੂੰ ਦੇ ਫੰਬਿਆਂ ਵਰਗੇ। ਤੁਸੀਂ ਕਿੱਥੋਂ ਫੱਟ ਜਰ ਲੋਗੇ? ਇਹ ਬਹੁਤ ਔਖੇ ਰਾਹ ਵਾ। ਇਹ ਸਾਨੂੰ ਦੱਸਣਾ ਪੈਣਾ ਗਾ। ਤੁਸੀਂ ਸਾਨੂੰ ਸਮਝਾਉਣਾ ਸੀ, ਸਾਨੂੰ ਤੁਹਾਨੂੰ ਦੱਸਣਾ ਪੈਂਦਾ। ਕਮਾਲ ਹੋਈ ਪਈ ਆ। ਅਸੀਂ ਕਿਵੇਂ ਮੰਨ ਲਈਏ? ਲੋਕ ਕਿਵੇਂ ਮੰਨਣਗੇ? ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੀਰ ਛੱਡਦੇ ਸੀ, 10-10 ਹਜ਼ਾਰ ਬੰਦਿਆਂ ਵਿੱਚ ਦੀ ਲੰਘ ਜਾਂਦਾ ਸੀ। ਤੇ ਲੈ ਮੈਨੂੰ 5 ਮੁਖੀਆਂ ਨੂੰ ਮੈਂ ਫੜਾਉਣਾ ਤੀਰ ਕਮਾਨ, ਤੇ ਤੁਸੀਂ ਚਿੜੀ ਭਾਉਣਾ ਸਾਹਮਣੇ ਮਾਰ ਕੇ ਦਿਖਾਓ।
ਪਤਾ ਵੀ ਆ ਕੁਛ ਮਾੜਾ ਮੋਟਾ। ਤੁਸੀਂ ਮੱਥਾ ਟਕਾ ਲਿਆ, ਰਸਦ ਲੈ ਲਈ, ਪੈਲੀਆਂ ਨਾ ਕਰਾ ਲਈਆਂ, ਗੱਡੀ ਲੈ ਲਈ, ਲੈਂਡ ਕਰੂਜ਼ਰ ਆਉਡੀ ਆ ਗਈ, ਪਿੱਕਾ ਆ ਗਿਆ। ਤੁਸੀਂ ਤਾਂ ਬਸ ਹੱਥ ਤੇ ਹੱਥ ਮਾਰ ਲਿਆ, ਬਸ ਸਤਨਾਮ ਸਰਿਆ ਵਰਿਆ। ਤੁਸੀਂ ਨਪੁੰਸਕ ਬਣਾ ਦੇਣੇ ਆ ਸਿੰਘ। ਆਉਣ ਵਾਲੇ ਸਮੇਂ ਦੇ ਵਿੱਚ ਸੰਤ ਮਹਾਂਪੁਰਸ਼ ਦੇ ਨਾਂ ਨੂੰ ਦਾਗ ਲੱਗ ਜਾਣਾ। ਉਹ ਕਿਹੋ ਜਿਹੇ ਹੁੰਦੇ ਸਾਨੂੰ ਦੱਸਣਾ ਪੈਣਾ, ਤੇ ਉਹਨਾਂ ਨੇ ਯਕੀਨ ਹੀ ਨਹੀਂ ਕਰਨਾ। ਉਹਨਾਂ ਨੇ ਕਹਿਣਾ ਗਾਹ ਵਾਲੇ ਵੇਖ ਲਓ। ਠੀਕ ਆ, ਇਹਨਾਂ ਗੱਲਾਂ ਵੱਲ ਬਾਬਾ ਜੀ ਧਿਆਨ ਦਿਓ ਤੁਸੀਂ। ਮੈਂ ਸੱਚ ਬੋਲਿਆ, 1% ਵੀ ਨਹੀਂ ਗਲਤ ਬੋਲਿਆ। ਗੁੱਸਾ ਲੱਗਿਆ ਤੇ ਲੱਗਿਆ ਰਵੇ, ਗੁੱਸਾ ਆਇਆ ਤੇ ਆਈ ਜਾਵੇ, ਕੋਈ ਚੱਕਰ ਨਹੀਂ। ਸੱਚ ਹੀ ਬੋਲਣਾ। ਇਹ ਇੱਕ ਵਾਰੀ ਬੋਲ ਕੇ ਨਹੀਂ ਹਟਣਾ। ਜਿੰਨਾ ਚਿਰ ਕੋਈ ਐਕਸ਼ਨ ਨਹੀਂ ਹੁੰਦੇ, ਜਿੰਨਾ ਚਿਰ ਕੋਈ ਸਟੇਟਮੈਂਟਾਂ ਨਹੀਂ ਹੁੰਦੀਆਂ, ਉਹਨਾਂ ਚਿਰ ਅਸੀਂ ਮਹੀਨੇ ਪਿੱਛੋਂ, 6 ਮਹੀਨੇ ਪਿੱਛੋਂ, ਸਾਲ ਪਿੱਛੋਂ ਬੋਲ ਪਗੇ, ਬੋਲੀ ਜਾਣਾ। ਅਸੀਂ ਤਾਂ ਉਦਾਹਰਨਾਂ ਇਕੱਠੀਆਂ ਕਰੀ ਜਾਣੀਆਂ। ਪੁੱਛੋ ਜਾ ਕੇ ਬਈ, ਪੁੱਛੋ ਜਾ ਕੇ ਬਈ, ਉਹਨਾਂ ਨੂੰ ਪੁੱਛੋ ਜਾ ਕੇ। ਇਹਨਾਂ ਨੂੰ ਮਾੜਾ ਮੋਟਾ ਧਿਆਨ ਦਿਓ। ਜਾਉਨੇ ਕਾਹਦੀ ਖਾਤਰ ਆ ਤੁਸੀਂ ਯਾਰ? ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ। ਗੁਰੂ ਗ੍ਰੰਥ ਸਾਹਿਬ ਨੂੰ ਅਗਨ ਭੇਟ ਕਰਤਾ। ਗੁਰੂ ਗ੍ਰੰਥ ਸਾਹਿਬ ਨੂੰ ਕਈਆਂ ਨੂੰ ਇਹ ਨਹੀਂ ਪਤਾ 2000 ਜਿਹੜੇ 14-15 ਦੇ ਵਿੱਚ ਬਰਗਾੜੀ ਕਾਂਡ ਹੋਇਆ, ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਹੋਇਆ, ਉਹਨਾਂ ਦੇ ਅੰਗ ਪਾੜ ਕੇ ਗਲੀਆਂ ਨਾਲੀਆਂ 'ਚ ਖਿਲਾਰ ਤੇ ਬਚਿਆ ਗੁਰੂ ਗ੍ਰੰਥ ਸਾਹਿਬ ਉਹਨਾਂ ਨੇ ਕੀ ਕੀਤਾ ਨਾ, ਰੂੜੀ ਦੇ ਵਿੱਚ ਦੱਬਤਾ। ਤੇ ਬਾਬਾ ਜੀ ਮਾੜਾ ਮੋਟਾ ਹੂੰ ਹਾਂ ਹੀ ਕਰ ਲੋ। ਕੋਈ ਗੌਰਮੈਂਟ ਨੂੰ ਕੋਈ ਵਾਰਨਿੰਗ ਦੇ ਦੋ। ਕੀ ਨਹੀਂ ਹੋ ਸਕਦਾ ਗਾ? ਉਹ ਜਿਨ੍ਹਾਂ ਦਾ ਨਾਂ ਬੋਲੀ ਜਾਂਦਾ ਬਾਦਲ ਪਰਿਵਾਰ ਦਾ ਬੇਅਦਬੀ ਦੇ ਵਿੱਚ, ਉਹਨਾਂ ਦੇ ਤਾਂ ਤੁਸੀਂ ਪੈਰਾਂ 'ਚ ਬਹਿਨੇ ਜਾ ਕੇ। ਕੰਮ ਜੋ ਕਰਾਉਣੇ ਆ ਨਾ, ਕੰਮ ਜੋ ਕਰਾਉਣੇ ਆ। ਸੰਤ ਮਹਾਂਪੁਰਸ਼ ਤਾਂ ਕਾਮ ਕ੍ਰੋਧ ਲੋਭ ਹੰਕਾਰ ਤੋਂ ਦੂਰ ਹੁੰਦੇ ਆ। ਸੰਤ ਸੀਗੇ ਨਾ ਜਰਨੈਲ ਸਿੰਘ ਜੀ, ਪਿੰਡ ਵਾਲੇ ਮਹਾਂਪੁਰਖ, ਸ਼ਹੀਦ ਹੋਇਆ, ਗੌਰਮੈਂਟ ਨੇ ਕੀਤਾ ਸ਼ਹੀਦ। ਤੇ ਸਵਾਦ ਤਾਂ ਆਉਂਦਾ ਜੇ ਸਾਰੇ ਮੁਖੀ ਜਿਹੜੇ ਹੁਣ ਜਾਉਂਦੇ ਵੀ ਤਾਂ ਉਹਨਾਂ ਦੇ ਹਾਣੀ ਸੀ ਨਾ, ਇਹਨਾਂ ਚੋਂ ਵੀ ਇੱਕ ਅੱਧੇ ਸ਼ਹੀਦ ਹੋਏ ਹੁੰਦੇ। ਅਸੀਂ ਕਹਿੰਦੇ ਵੀ ਆਹ ਪੰਥ ਵੀ ਦਲ ਵੀ ਠੀਕ ਆ, ਇਹਨਾਂ ਦੇ ਮੁਖੀ ਸ਼ਹੀਦ ਹੋਏ ਸੀ ਸੰਤਾਂ ਨਾਲ। ਬਹੁਤ ਵੱਡਾ ਸਵਾਲ ਆ, ਦਮਦਮੀ ਟਕਸਾਲ ਦੇ ਮੁਖੀ ਹੀ ਇਕੱਲੇ ਕਿਉਂ ਸ਼ਹੀਦ ਹੋਏ? ਦੂਜੀਆਂ ਨੂੰ ਕੀ ਹੋਇਆ ਸੀ? ਇਹਨਾਂ ਚੀਜ਼ਾਂ ਨੂੰ ਜੇ ਤੁਸੀਂ ਨਹੀਂ ਸੋਚਣਾ, ਨਹੀਂ ਗਾਂ ਨੌਜਵਾਨਾਂ ਤੱਕ ਪਹੁੰਚਦਾ ਕਰਨਾ ਵੀ ਅਸੀਂ ਕੀ ਆ, ਸਾਡੀ ਪਹਿਚਾਣ ਕੀ ਆ, ਅਸੀਂ ਸੇਫ ਰਹਿ ਸਕਦੇ ਆ ਕਿ ਨਹੀਂ ਰਹਿ ਸਕਦੇ, ਤੇ ਇਹ ਕਾਮਯਾਬ ਨਹੀਂ ਹੋ ਸਕਦੇ। ਅੱਜ ਦੀ ਕਈ ਗੱਲ ਨੋਟ ਕਰ ਲਿਓ, ਆਉਣ ਵਾਲੇ ਸਮੇਂ ਦੇ ਵਿੱਚ ਜਮਾਂ ਹੀ ਫੱਟੀ ਪੋਚੀ ਜਾਣੀ ਆ। ਇਹ ਤੁਸੀਂ ਕਹਿੰਦੇ ਰਹਿੰਦੇ ਨਾ ਖਾਲਸਾ ਕੌਮ ਆ, ਪੰਥ ਆ, ਮਹਾਰਾਜ ਦੀ ਸਾਜੀ, ਇਹਨੂੰ ਕੋਈ ਨਹੀਂ ਖਤਮ ਕਰ ਸਕਦਾ। ਮੰਨ ਲੈਨੇ ਨਹੀਂ ਖਤਮ ਕਰ ਸਕਦਾ, ਤੇ ਫਿਰ ਹੈ ਕਿੱਥੇ ਆ? ਜੇ ਖਤਮ ਨਹੀਂ ਤੇ ਹੈ ਕਿੱਥੇ ਆ? ਜੇ ਅਸੀਂ ਕੌਮ ਦੀ ਗੱਲ ਕਰੀਏ, ਆ ਨਾ ਸਾਰਿਆਂ ਨੂੰ ਪਤਾ, ਕੋਈ ਹਿੰਦੂ, ਮੈਨੂੰ ਅੰਗਰੇਜ਼ੀ ਨੂੰ ਦੀ ਵਾਇਰਲੈਸ ਇੱਦਾਂ ਕੋਈ ਪੇਜ ਆ, ਉਹਨਾਂ ਨੇ ਪੇਜ ਬਣਾਏ ਆ। ਤੇ ਮੈਂ ਦਲਾ ਪੰਥਾਂ ਨੂੰ ਦੱਸਦਾ, ਤੁਸੀਂ ਵੀ ਗੁਰੂ ਗੋਬਿੰਦ ਸਿੰਘ ਜੀ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਪੰਥ ਦੇ ਵਿੱਚੋਂ ਹੀ ਆ ਨਾ। ਬਾਬਾ ਜੀ ਉਹਨਾਂ ਨੇ ਉਹਨਾਂ ਦੇ ਕੱਪੜੇ ਲਵਾ ਕੇ ਇੱਕ ਦੂਜੇ ਦੇ ਉੱਤੇ ਪਾਤੇ। ਕੀ ਕਰਗੇ? ਮਾਤਾ ਸਾਹਿਬ ਦੇਵਾ ਜੀ ਦੇ ਕਿਸੇ ਨਗਨ ਸਰੀਰ ਦੇ ਉੱਤੇ ਮਾਤਾ ਸਾਹਿਬ ਦੇਵਾ ਦਾ ਸਰੂਪ ਲਾ ਕੇ ਉਹਨਾਂ ਨੇ ਪੋਸਟਾਂ ਪਾਤੀਆਂ। ਬਾਬਾ ਜੀ ਕੀ ਕਰਗੇ? ਗੁਰੂ ਗੋਬਿੰਦ ਸਿੰਘ ਜੀ ਨੂੰ ਗਾਂਡੂ ਲਿਖੀ ਜਾਂਦੇ ਆ। ਉਹ ਕਿੱਧਰ ਨੂੰ ਜਾਈਏ ਅਸੀਂ? ਤੁਸੀਂ ਕੁਛ ਕਰ ਨਹੀਂ ਸਕਦੇ। ਤੁਹਾਨੂੰ ਪਤਾ ਕਿਹੜੇ ਬੰਦੇ ਚਲਾਉਂਦੇ ਆ, ਕੀ ਕਰਦੇ। ਤੁਸੀਂ ਗੌਰਮੈਂਟ ਦੇ ਦਓ ਗਲ 'ਚ ਗੂਠਾ, ਬੰਦਿਆਂ ਨੂੰ ਲਿਆਓ ਤੇ ਉਹਨਾਂ ਨੂੰ, ਬੰਦਿਆਂ ਨੂੰ ਸਾਡੀ ਨਿਗਾਹ ਥੱਲੇ ਕਰਕੇ ਰਾਜੀਨਾਮਾ ਕਰੋ। ਘਰ ਜਾਂਦੇ ਠੋਕ ਦਿਆਂਗੇ ਅਸੀਂ ਤੁਹਾਨੂੰ ਵਾਅਦਾ ਕਰਦੇ ਆ, ਅਸੀਂ ਮਰਨ ਲਈ ਤਿਆਰ ਆ, ਤੁਸੀਂ ਤੁਰੋ ਤਾਂ ਸਹੀ। ਗੁਰੂ ਗੋਬਿੰਦ ਸਿੰਘ ਜੀ, ਗੁਰੂ ਨਾਨਕ ਪਾਤਸ਼ਾਹ ਜੀ ਨੂੰ ਉਹਨਾਂ ਨੇ ਨੰਗੇ ਧੜ ਕਰਕੇ ਫੋਟੋਆਂ ਵੀਡੀਓ ਐਡਿਟ ਕਰਕੇ ਇੱਕ ਦੂਜੇ ਦੇ ਉੱਤੇ ਪਾਤਾ। ਪੋਸਟਾਂ ਵੇਖੋ ਤੁਸੀਂ ਜਾ ਕੇ। ਉਹ ਕਹਿੰਦੇ ਤੁਸੀਂ ਉਹਨਾਂ ਦਾ ਪੰਥ ਚਲਾਉਂਦੇ ਆ, ਇੱਜ਼ਤ ਤੁਹਾਨੂੰ ਉਹਨਾਂ ਦੀ ਕਰਨੀ ਨਹੀਂ ਆਉਂਦੀ। ਜੇ ਤੁਸੀਂ ਦੇਹ ਨੂੰ ਨਹੀਂ ਮੰਨਦੇ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ, ਗੁਰੂ ਗੋਬਿੰਦ ਸਿੰਘ ਜੀ, ਗੁਰੂ ਨਾਨਕ ਪਾਤਸ਼ਾਹ ਜੀ ਨੇ ਤੁਹਾਡੇ ਨਹੀਂ ਇੱਜ਼ਤ ਹੈਗੀ, ਤੇ ਗੁਰੂ ਗ੍ਰੰਥ ਸਾਹਿਬ ਜੀ ਤੇ ਗੋਲੀ ਮਾਰਤੀ, ਗੁਰੂ ਗ੍ਰੰਥ ਸਾਹਿਬ ਜੀ ਨੂੰ ਗਲੀਆਂ 'ਚ ਖਿਲਾਰਤਾ, ਗੁਰੂ ਗ੍ਰੰਥ ਸਾਹਿਬ ਜੀ ਨੂੰ ਬੇਅਦਬੀ ਕੀਤੀ, ਅੱਗ ਲਾਤੀ ਤੇਲ ਪਾ ਕੇ, ਉਹਦੀ ਸਾਰ ਲੈ ਲਓ ਮਾੜੀ ਮੋਟੀ। ਤੁਸੀਂ ਜਿਨ੍ਹਾਂ ਨੇ ਬੇਅਦਬੀ ਕੀਤੀ ਆ, ਤੁਸੀਂ ਉਹਨਾਂ ਨਾਲ ਰਾਜੀਨਾਮੇ ਕਰਕੇ ਬਾਹਰ ਕਢਾਓ। ਅਸੀਂ ਮਾਰਨ ਵੱਲੋਂ ਬੈਠੇ ਉਹਨਾਂ ਨੂੰ, ਬੇਅਦਬੀ ਕਰਨ ਵਾਲਿਆਂ ਨੂੰ। ਆ ਬਾਬਾ ਕਾਰਸੇ ਵਾਲੇ ਭੂਰੀ ਵਾਲੇ ਬਾਬਾ ਕਸ਼ਮੀਰ ਸਿੰਘ ਜੀ, ਸਿੰਘ ਗਿਆ ਬਾਬਾ ਜੀ, ਇੱਕ ਸਿੰਘ ਦਾ ਘਰ ਛੱਤ ਸਿਰ ਤੇ ਡਿੱਗਦੀ ਆ, ਕੋਈ ਕਾਰਜ ਕਰੋ ਮਾੜਾ ਮੋਟਾ। ਤੇ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਕੀ ਕਹਿੰਦੇ? ਆਖੇ ਜੀ ਕਾਰਸੇ ਵਾਲੇ ਆ, ਕੀ ਕਹਿੰਦੇ? ਘਰੇ ਏਸੀ ਲੱਗਾ, ਕਮਰੇ 'ਚ ਗੱਡੀ 'ਚ ਏਸੀ ਆ। ਆਨੰਦ ਲਓ, ਇਹਨਾਂ ਨੂੰ ਜੋ ਮਹਾਰਾਜ ਨੇ ਦਿੱਤਾ ਉਹ ਉਵੇਂ ਰਹੂਗਾ। ਕਮਾਲ ਕਰੀ ਜਾਂਦੇ। ਪੰਥ ਦਾ, ਕੌਮ ਦਾ, ਸੰਗਤ ਦਾ ਪੈਸਾ
ਤੁਸੀਂ ਕਈ ਜਾਂਦੇ ਏਸੀਆਂ ਦੇ ਵਿੱਚ ਰਹਿਣਾ, ਸਿੰਘ ਦੀ ਛੱਤ ਸਿਰ ਤੇ ਡਿੱਗੀ ਜਾਂਦੀ ਆ। ਸਾਰੇ ਇੱਕੋ ਜਿਹੀ ਆ, ਠੀਕ ਆ। ਮੈਂ ਗਲਤ ਹੋ ਸਕਦਾ, ਮੈਨੂੰ ਸਜ਼ਾ ਦਿਓ, ਕੋਈ ਚੱਕਰ ਨਹੀਂ। ਸਜ਼ਾ ਚਾਹੀਦੀ ਆ, ਗਲਤੀ ਦੀ ਸਜ਼ਾ ਚਾਹੀਦੀ ਆ, ਭੁਗਤਣੀ ਚਾਹੀਦੀ ਆ, ਸੁਧਾਰ ਲਿਆਉਣਾ ਚਾਹੀਦਾ, ਚੰਗੇ ਪਾਸੇ ਚੱਲਣਾ ਚਾਹੀਦਾ। ਪਰ ਗੁਲਾਮੀ ਸਹਿਣੀ ਉਦੋਂ ਵੱਡੀ ਗਲਤੀ ਆ। ਸਾਰੇ ਗੁਲਾਮ ਬੈਠੇ ਆ, ਤੁਸੀਂ ਗੁਲਾਮ ਹੀ ਰਹਿਣਾ। ਜਿੱਥੇ ਮਰਜ਼ੀ ਉੱਠ ਜਾਓ, ਤੁਹਾਡੇ ਜੁੱਤੀਆਂ ਪੈਣੀਆਂ ਸਿਰ ਤੇ, ਜੁੱਤੀਆਂ ਤੁਹਾਡੇ। ਤੁਹਾਨੂੰ ਇਹਨਾਂ ਨੇ ਸਿਰਫ ਬਸ ਮਗਰ ਲਾਉਣ ਜੋਗੇ ਛੱਡਿਆ। ਜਿੱਦੇ ਚੜ੍ਹ ਕੇ ਆ ਗਿਆ ਨਾ ਕੋਈ ਤੁਹਾਡੇ ਆ ਲੁਧਿਆਣੇ, ਝੂਠੀ ਫਵਾਹ ਬਣ ਕੇ ਸਿੱਖ ਨੂੰ ਬੰਨ ਕੇ ਕੁੱਟਿਆ, ਬਈਆਂ ਨੇ ਕੁੱਟਿਆ ਨਾ। ਚੱਲ ਕੋਈ ਨਾ, ਜੇ ਕੁੱਟਤਾ ਤੇ ਫੇਰ ਕੀ ਹੋ ਗਿਆ? ਆਹੀ ਗੱਲ ਕਹਿ ਕੇ ਸਾਰ ਦੇਣਾ ਤੁਸੀਂ। ਇੱਕ ਗੱਲ ਯਾਦ ਰੱਖਿਓ, ਇਹਨਾਂ ਨੂੰ ਪ੍ਰੇਮ ਕਰਨ ਵਾਲੇ ਕਰੋ। ਅਸੀਂ ਨਹੀਂ ਕਹਿੰਦੇ ਨਹੀਂ, ਅਸੀਂ ਗੱਦੀਆਂ ਨੂੰ ਨਮਸਕਾਰ ਕਰਦੇ ਹਾਂ, ਸਾਰਿਆਂ ਨੂੰ ਸਾਡਾ ਸਿਰ ਝੁਕਦਾ। ਸਾਡੇ ਸਵਾਲ ਸਿਰਫ ਮੁਖੀਆਂ ਨੂੰ ਸੀਗੇ, ਅਸੀਂ ਕੀਤੇ ਆ। ਸਾਰੇ ਜਥੇਦਾਰਾਂ ਨੂੰ ਹੈਗੇ ਆ, ਸਾਨੂੰ ਕਿਸੇ ਦਾ ਕੋਈ ਡਰ ਨਹੀਂ। ਜੇ ਅਸੀਂ ਉਹਨਾਂ ਨੂੰ ਆਪਦੇ ਮੁਖੀ ਮੰਨਦੇ ਹਾਂ ਤੇ ਸਾਡਾ ਸਿੰਘ ਹੋਣ ਦੇ ਨਾਤੇ ਸਵਾਲ ਕਰਨ ਦਾ ਫਰਜ਼ ਆ। ਬਾਬਾ ਜੀ, ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਘਰ, ਸਾਡੇ ਗੁਰਦੁਆਰਾ ਸਾਹਿਬ, ਸਾਡੀਆਂ ਭੈਣਾਂ ਬੀਬੀਆਂ, ਨੌਜਵਾਨ, ਸਾਡੇ ਕੇਸ ਦਾੜੀ, ਸਾਡੀ ਦਸਤਾਰ ਸੇਫ ਹੋ ਸਕਦੀ ਆ ਜਾਂ ਨਹੀਂ ਹੋ ਸਕਦੀ? ਇੰਨਾ ਕੁ ਸਵਾਲ ਦਾ ਜਵਾਬ ਦੇ ਦਿਓ ਬਸ। ਕੁਛ ਕਰੋਗੇ ਜਾਂ ਨਹੀਂ ਕਰੋਗੇ ਬਸ। ਤੁਸੀਂ ਮੂਹਰੇ ਲੱਗੋ, ਮਗਰ ਲੱਗਦੇ ਆ, ਸਾਰੇ ਪੰਜਾਬ ਤੇ ਕਰ ਲਾਂਗੇ ਕਬਜ਼ਾ, ਜੋ ਚਾਹੀਦਾ ਮਿਲ ਜੂ ਤੁਹਾਨੂੰ। ਪਰ ਐਂ ਨਾ ਕਰੋ ਤੁਸੀਂ ਤਾਂ ਆਪਸ ਦੇ ਵਿੱਚ ਹੀ, ਠੀਕ ਆ। ਕਿਸੇ ਨੇ ਨਹੀਂ ਬੋਲਣਾ ਸੀ ਭਾਈ ਜੀ, ਕਿਸੇ ਨੇ ਨਹੀਂ ਤੁਹਾਡੇ ਵਿਰੁੱਧ ਬੋਲਣਾ। ਅਸੀਂ ਤਾਂ ਬੋਲਾਂਗੇ, ਬੋਲੀ ਜਾਣਾ ਜਿੰਨਾ ਚਿਰ ਤੁਸੀਂ ਨਹੀਂ ਉੱਠਦੇ, ਠੀਕ ਆ। ਤੇ ਇਹ ਅੱਗ ਲੱਗਦੀ ਹੀ ਰਹਿਣੀ ਆ, ਸਾਰਿਆਂ ਨੇ ਸ਼ੇਅਰ ਕਰਨੀ ਆ। ਤੇ ਇੱਕ ਗੱਲ ਫੇਰ ਮੈਂ ਵਾਰ-ਵਾਰ ਤੀਜੀ ਵਾਰ ਕਹਿਣ ਲੱਗਾ, ਨਿਹੰਗਾ ਸਿੰਘਾਂ ਨੇ ਰਿੱਟ ਵੀ ਪਾਈ ਸੀ। ਇਹਨਾਂ ਨੇ ਬੰਦੇ ਤਿਆਰ ਕਰਾ ਕੇ, ਨਿਹੰਗਾ ਸਿੰਘਾਂ ਨੇ ਇਹਨਾਂ ਨੇ ਹੀ ਕਿਹਾ ਸੀ ਵੀ ਅਮਰਤਪਾਲ ਸਿੰਘ ਕੋਲੇ ਹਥਿਆਰ ਹੈਗੇ ਆ, ਗੌਰਮੈਂਟ ਪਤਾ ਕਰੇ ਇਹਦੇ ਕੋਲੇ ਹਥਿਆਰ ਆਏ ਕਿੱਥੋਂ ਆ। ਤੇ ਜੇ ਸਿੱਖ ਇੱਕ ਦੂਜੇ ਸਿੱਖ ਤੇ ਰਿੱਟ ਪਾ ਰਿਹਾ, ਹਥਿਆਰ ਪਤਾ ਕਰੋ, ਤੇ ਅਸੀਂ ਤਾਂ ਫਿਰ ਦੂਜਾ ਬੰਗਾ ਪਾ ਲਈਏ। ਐਂਟੀ ਪਾਰਟੀ ਤਾਂ ਕਵੇ, ਸੈਵ ਸੈਨਾ ਵਾਲੇ ਤਾਂ ਸਾਨੂੰ ਕੀ, ਜੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰ ਵਾਲੇ ਮਹਾਂਪੁਰਖ, ਜੇ ਉਹਨਾਂ ਨੂੰ ਇਹ ਆਪਦਾ ਮਿੱਤਰ ਸੰਤ ਜਾਂ ਆਪਦਾ ਹਾਣੀ ਮੰਨਦੇ ਸੀ, ਦਮਦਮੀ ਟਕਸਾਲ ਜਾਂ ਸਾਰੇ ਮੁਖੀ, ਕੋਈ ਵੀ ਮੁਖੀ ਆ, ਕੋਈ ਵੀ ਜਥੇਦਾਰ ਆ, ਤੇ ਉਹ ਤੀਜੇ ਦਿਨ ਪੁਤਲਾ ਫੂਕਦੇ ਆ। ਹਜੇ ਤੱਕ 84 ਤੋਂ ਬਾਅਦ ਹੁਣ ਤੱਕ ਕਿੰਨੇ ਪੁਤਲੇ ਫੂਕੇ ਸੈਵ ਸੈਨਾ ਨੇ? ਕਿਸੇ ਦਲ ਮੁਖੀ ਨੇ, ਪੰਥ ਨੇ ਕੋਈ ਐਕਸ਼ਨ ਲਿਆ? ਉਹ ਤੁਸੀਂ ਤਾਂ, ਤੁਹਾਡੇ ਤਾਂ ਸਾਹ ਮਸਾ ਬਚੇ ਆ, ਸੰਤ ਸ਼ਹੀਦ ਹੋਏ ਆ, ਤੁਹਾਡੇ ਤਾਂ ਸਾਹ ਐਂ ਰਹਿੰਦਾ ਸੀ, ਹੱਥ ਜਾਨ ਤਲੀ ਤੇ ਹੀ ਰਹਿੰਦੀ ਸੀ। ਹਾਏ ਜੇ ਕਿਤੇ ਜਰਨੈਲ ਸਿੰਘ ਸ਼ਹੀਦ ਹੋ ਜੇ ਨਾ, ਚੜਾਈ ਕਰ ਜੇ ਤੇ ਅਸੀਂ ਬਚ ਜਗੇ। ਕਰਾਤਾ ਨਾ ਤੁਸੀਂ ਸ਼ਹੀਦ। ਇਹ ਸਾਰੀਆਂ ਤੁਹਾਡੀਆਂ ਮਿਹਰਬਾਨੀਆਂ, ਸੰਤ ਸ਼ਹੀਦ ਨਹੀਂ ਹੁੰਦੇ ਸੀ। ਜੇ ਤੁਸੀਂ ਸਾਰੇ ਇਕੱਠੇ ਹੋ ਕੇ ਵੰਗਾਰ ਦਿੰਦੇ ਨਾ ਗੌਰਮੈਂਟ ਨੂੰ, ਸੈਂਟਰ ਗੌਰਮੈਂਟ ਨੂੰ, ਕਦੇ ਵੀ ਟੈਂਕ ਚੜ੍ਹ ਕੇ ਨਾ ਆਉਂਦੇ ਤੇ ਸੰਘਰਸ਼ ਹਜੇ ਤੱਕ ਸ਼ਾਂਤਮਈ ਨਾ ਹੁੰਦਾ। ਇਹ ਸਭ ਤੁਸੀਂ ਫੜਾਏ ਕੀਤੇ, ਕਰਾਏ, ਸਮਝੌਤੇ ਕੀਤੇ, ਤਾਂ ਹੀ ਲੈਂਡ ਕਰੂਜ਼ਰਾਂ 'ਚ ਘੁੰਮਦੇ ਆ। ਹੋਰ ਗੱਲ ਕੋਈ ਨਹੀਂ। ਸਵਾਲਾਂ ਦੇ ਜਵਾਬ ਦੇ ਦਿਓ ਜੇ ਹੈਗੇ ਆ, ਤੇ ਨਹੀਂ ਸਾਡੇ ਕੋਲੇ ਤਾਂ ਜਵਾਬ ਆ ਹੀ ਗਏ ਆ ਵੀ ਤੁਸੀਂ ਦੇਣੇ ਕੀ ਆ। ਤੇ ਬਾਕੀ ਮੈਂ ਜਿਹੜੀ ਅਖੀਰ ਤੇ ਤੀਜੀ ਗੱਲ ਕਹਿਣੀ ਸੀ ਉਹ ਇਹੀ ਸੀ, ਪਹਿਲੋਂ ਵੀ ਕਹੀ ਸੀ, ਵਿਚਾਲੇ ਵੀ ਕਹੀ ਸੀ, ਐਂਡ ਤੇ ਵੀ ਕਹੀ ਆ। ਐਵੇਂ ਰੋਹ ਬਚਾ ਕੇ ਕਿਤੇ ਮੱਥਾ ਲਾਉਣ ਨਾ ਜਿਓ। ਸਾਨੂੰ ਤਾਂ ਮੋਹ ਘਰ ਦਾ ਨਹੀਂ, ਸਾਨੂੰ ਤਾਂ ਦੇਹ ਦਾ ਨਹੀਂ, ਸਾਨੂੰ ਪੈਸੇ ਦਾ ਨਹੀਂ, ਸਾਨੂੰ ਪਰਿਵਾਰ ਦਾ ਨਹੀਂ, ਕਿਸੇ ਚੀਜ਼ ਦਾ ਮੋਹ ਨਹੀਂ ਹੈਗਾ। ਅੱਜ ਹੈਗੇ ਆ, ਭਾਵੇਂ ਘੰਟੇ ਨੂੰ ਪਟਾਕਾ ਪੈ ਜੇ, ਅਸੀਂ ਤਾਂ ਇੱਥੋਂ ਦੁਨੀਆ ਤੋਂ ਜਾਣਾ ਚਾਹੁੰਦੇ ਆ। ਜਿਹੜਾ ਆਊਗਾ ਤੇ ਉਹ ਸੋਚ ਵਿਚਾਰ ਕੇ ਹੀ ਆਵੇ। ਇੱਥੇ ਮਿਣ ਕਰਨ ਨਹੀਂ ਦੇਣੀ। ਅੱਗੇ 20 ਬੰਦੇ ਫੜ ਕੇ ਛੱਡਿਆ ਤੇ ਸਿੱਖਾਂ ਦੇ ਵਿੱਚ ਕਦੇ ਇਹ ਗੱਲ ਨਾ ਉੱਡ ਜੇ ਵੀ ਸਿੱਖ ਦੂਜੇ ਤੇ ਵਾਰ ਕਰਦੇ ਆ। ਤੇ ਹੁਣ ਜੇ ਕੋਈ ਚੜ ਕੇ ਆਇਆ, ਅਸੀਂ ਛੱਡਣਾ ਨਹੀਂ, ਵੱਢ ਕੇ ਰੱਖ ਦਿਆਂਗੇ। ਸਾਡੇ ਸਵਾਲ ਦਲ ਪੰਥਾਂ ਤੇ ਸੰਪਰਦਾਵਾਂ ਦੇ ਮੁਖੀਆਂ ਨੂੰ ਆ, ਠੀਕ ਆ। ਤੇ ਇੱਕ ਗੱਲ ਤੁਹਾਨੂੰ ਹੋਰ ਦੱਸ ਦਈਏ, ਨਾਨਕਸਰ ਸੰਪਰਦਾ ਦੇ ਸੀਗੇ ਮੁਖੀ ਬਾਬਾ ਕੁੰਦਨ ਸਿੰਘ ਜੀ, ਉਹਨਾਂ ਦਾ ਦੇਣ ਨਹੀਂ ਦੇ ਸਕਦੇ। 84 ਵੇਲੇ ਭੰਗੌੜੇ ਸਿੰਘਾਂ ਨੂੰ ਚਿੱਟੇ ਬਾਣੇ ਦਸਤਾਰਾਂ ਪਵਾ ਕੇ ਵਿੱਚ ਰਲਾ ਲਈਦੇ ਹੁੰਦੇ ਸੀ ਵੀ ਸਿੰਘਾਂ ਦੀ ਜਾਨ ਬਚ ਜੇ। ਤੇ ਹੁਣ ਤਾਂ ਪਤਾ ਹੀ ਨਹੀਂ ਲੱਗਦਾ, ਕੋਈ ਵੜਨ ਹੀ ਨਹੀਂ ਦਿੰਦਾ ਉੱਥੇ। ਸਾਰੇ ਕਹਿ ਦਿੰਦੇ ਭੇਖੀ ਆ, ਭੇਖੀ ਆ। ਜੇ ਤੁਰਨ ਵਾਲੇ ਨਿਹੰਗ ਸਿੰਘ ਲੜਨ ਵਾਲੇ ਭੇਖੀ ਆ ਤੇ ਤੁਸੀਂ ਅੰਦਰ ਬੈਠੇ, ਤੁਸੀਂ ਤਾਂ ਫਿਰ ਮਹਾਕਾਲੀ ਹੋ ਗਏ। ਤੁਹਾਡਾ ਤਾਂ ਅਸੀਂ ਦੇਣ ਦੇ ਹੀ ਨਹੀਂ ਸਕਦੇ, ਠੀਕ ਆ। ਇਸ ਕਰਕੇ ਜਿਹੜੀਆਂ ਗੱਲਾਂ ਕਹਿਣੀਆਂ ਸੀ ਬਹੁਤ ਜ਼ਰੂਰੀ ਸੀ ਤੇ ਆਪਾਂ ਕਹਿ ਦਿੱਤੀ। ਤੇ
ਚਲੋ ਜੇ ਕਿਸੇ ਨੂੰ ਗੋਡੇ ਲੱਗੇ ਗਿੱਟੇ ਲੱਗੇ ਕੋਈ ਚੱਕਰ ਨਹੀਂ, ਤਾਂ ਹੁਣ ਰਾਹ ਪੈ ਜਾਣਗੇ ਤੇ ਵਾਹ ਪੈ ਜਾਣਗੇ, ਜਦੇ ਮੱਥਾ ਲੱਗੂ ਉਹਦੇ ਦੇਖਾਂਗੇ। ਤੇ ਅਸੀਂ ਬੋਲਦੇ ਹੀ ਰਹਿਣਾ, ਜਦ ਹੱਥ ਖੜੇ ਕਰਕੇ ਕਹਿ ਦੋ ਵੀ ਸਾਡਾ ਕੋਈ ਇਲਾਕਾ ਦੇਖਾ ਨਹੀਂ ਹੈਗਾ, ਅਸੀਂ ਜਾਣਗੇ ਤੇ ਸਾਡਾ ਕੰਮ ਜਾਣੇ, ਤੇ ਨਹੀਂ ਫਿਰ ਐਵੇਂ ਮੁਖੀ ਘਮਾਉਣੋਂ ਹਟ ਜਾਓ। ਤੁਹਾਡੀ ਵਜ੍ਹਾ ਦੇ ਨਾਲ ਹੀ ਗੁਰਦੁਆਰਾ ਸਾਹਿਬ ਨੂੰ ਅੱਗਾਂ ਲੱਗੀ ਜਾਂਦੀਆਂ, ਤੁਹਾਡੀ ਵਜ੍ਹਾ ਦੇ ਨਾਲ ਪਰਿਵਾਰਾਂ ਧੀਆਂ ਭੈਣਾਂ ਕੜਨੈਪ ਹੋਈ ਜਾਂਦੀਆਂ, ਤੁਹਾਡੀ ਵਜ੍ਹਾ ਦੇ ਨਾਲ ਨੌਜਵਾਨ ਇੱਕ ਵੀ ਕਿਸੇ ਮੁਖੀ ਨੇ ਨਸ਼ਾ ਛਡਾਓ ਕੇਂਦਰ ਖੋਲਿਆ? ਮੋਟਰਸਾਈਕਲ ਮੋੜਨ ਦੀ ਪਤਾ ਕਿਸੇ ਨੂੰ ਮਾੜਾ ਮੋਟਾ? ਯਾਰ ਕਿਸੇ ਦਾ ਮੁੰਡਾ ਮਰ ਜੇ ਕਿਸੇ ਨੂੰ ਭੋਰਾ ਨਹੀਂ, ਕਿਸੇ ਦੀ ਕੁੜੀ ਚੱਕ ਕੇ ਲੈ ਜੇ ਕੋਈ ਕਿਸੇ ਨੂੰ ਭੋਰਾ ਸ਼ਰਮ ਨਹੀਂ। ਗੁਰਦੁਆਰਾ ਸਾਹਿਬ ਨੂੰ ਤੇਲ ਪਾ ਕੇ ਅੱਗ ਲਾ ਦੇਣੀ ਯਾਰ, ਸ਼ਰਮ ਨਾਲ ਹੀ ਮਰ ਜਾਣਾ ਚਾਹੀਦਾ। ਉਹ ਗੁਰਦੁਆਰਾ ਸਾਹਿਬ ਪਿੱਛੇ ਰੋਟੀਆਂ ਖਾਂਦੇ ਆ, ਗੁਰਦੁਆਰਾ ਸਾਹਿਬ ਨੂੰ ਤੇਲ ਪਾ ਕੇ ਅੱਗ ਲਾ ਦੇਣੀ। ਉਹ ਸਾਡੇ ਪਿਓ ਨੂੰ, ਗੁਰੂ ਗ੍ਰੰਥ ਸਾਹਿਬ ਸਾਡਾ ਪਿਓ ਆ, ਅਸੀਂ ਉਹਨੂੰ ਪਿਓ ਮੰਨਦੇ, ਸਾਡਾ ਗੁਰੂ ਆ। ਤੇ ਜੇ ਕੋਈ ਦੁਨਿਆਵੀ ਤੌਰ ਤੇ ਸਰੀਰਕ ਪੱਖੋਂ ਕਿਸੇ ਸੜੇ ਤੋਂ ਸੜਿਆ ਬੰਦਾ, ਅਸੀਂ ਬੰਦੇ ਨੂੰ ਮਾੜਾ ਨਹੀਂ ਕਹਿੰਦੇ, ਵੈਸੇ ਕਹਿੰਦੇ ਆ ਕਿਸੇ ਵੀ ਧਰਮ ਦਾ, ਚਾਹੇ ਛੋਟਾ ਚਾਹੇ ਵੱਡਾ ਬੰਦਾ, ਕਿਸੇ ਦੇ ਪਿਓ ਨੂੰ ਜਿਉਂਦੇ ਨੂੰ ਤੇਲ ਪਾ ਕੇ ਅੱਗ ਲਾ ਦਗੇ ਨਾ ਤੇ ਲਾਦ ਬਦਲਾ ਲੈਂਦੀ ਆ। ਤੇ ਲਾਦ ਇੱਧਰਲੀ ਹਜੇ ਤੱਕ ਬੋਲੀ ਨਹੀਂ, ਬੋਲਣਾ ਪੈਣਾ ਤੁਹਾਨੂੰ, ਫੇਰ ਕਿਤੇ ਜਾ ਕੇ ਉਹਨਾਂ ਨੂੰ ਸਿਰੇ ਤੱਕ ਗੌਰਮੈਂਟ ਪਤਾ ਲੱਗੂ ਵੀ ਸਿੱਖ ਹੈਗੇ ਹਜੇ ਤੱਕ, ਤੇ ਨਹੀਂ ਤਾਂ ਫਿਰ ਖਤਮ ਤਾਂ ਹੋਈ ਵੀ ਆ। ਤੇ ਤੁਸੀਂ ਤਾਂ ਬਸ ਤੁਹਾਡਾ ਤਾਂ ਸਤਿਨਾਮ ਸਰਿਆ ਵਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।